ਮੈਂ ਹਾਂ ਬਲਬੀਰ ਜੰਡੂ ਤੇ ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਪੰਜਾਬ ਚੋਣਾਂ ਜਿਸ ਤਰ੍ਹਾਂ ਫੈਸਲਾਕੁਨ ਦੌਰ 'ਚ ਦਾਖਲ ਹੋ ਰਹੀਆਂ ਤਾਂ ਉਸ ਦੇ ਸਬੰਧ ਵਿੱਚ ਕਿਸ ਤਰ੍ਹਾਂ ਵੱਖ-ਵੱਖ ਪਾਰਟੀਆਂ ਆਪੋ ਆਪਣਾ ਜ਼ੋਰ ਲਾ ਰਹੀਆਂ ਤੇ ਸਟਾਰ ਪ੍ਰਚਾਰਕ ਜਿਹੜੇ ਆ ਉਹਨਾਂ ਨੇ ਵੀ ਪੰਜਾਬ ਦੇ ਦੌਰੇ ਜਿਹੜੇ ਆ ਉਹ ਤੇਜ਼ ਕਰ ਦਿੱਤੇ ਆ। ਪਰ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਸਟਾਰ ਪ੍ਰਚਾਰਕਾਂ ਦੇ ਦੌਰੇ ਤੇਜ਼ ਹੋ ਰਹੇ ਆ ਤੇ ਥੱਲੇ ਹਰੇਕ ਪਾਰਟੀ ਦਾ ਜਿਹੜਾ ਜਥੇਬੰਦਕ ਢਾਂਚਾ ਹੈ ਉਹ ਵੀ ਸਰਗਰਮ ਹੋ ਰਿਹਾ, ਪਰ ਉਹਦੇ 'ਚ ਬੜੀਆਂ ਨਵੀਆਂ ਚੀਜ਼ਾਂ ਵੀ ਉੱਭਰ ਕੇ ਜਿਹੜੀਆਂ ਉਹ ਸਾਹਮਣੇ ਆ ਰਹੀਆਂ। ਖਾਸ ਕਰਕੇ ਅਸੀਂ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਜਦੋਂ ਤੋਂ ਚੋਣ ਮੈਦਾਨ 'ਚ ਕੁੱਦੀ ਹੈ ਤੇ ਖਾਸ ਕਰਕੇ ਨਾਲ ਦੂਸਰੀ ਗੱਲ ਕਿ ਜਿਹੜੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਕੁਰਸੀ ਤੋਂ ਲਾ ਕੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਤਾਂ ਉਸ ਤੋਂ ਬਾਅਦ ਕਾਂਗਰਸ ਦੇ ਅੰਦਰ ਤੇ ਕਾਂਗਰਸ ਦੇ ਬਾਹਰ ਜਿਸ ਤਰ੍ਹਾਂ ਦਾ ਮਾਹੌਲ ਹੈ ਉਹਦੇ ਵਿੱਚ ਹੁਣ ਜਿਸ ਤਰ੍ਹਾਂ ਅਸੀਂ ਜੇ ਉਦਾਹਰਨ ਦੇ ਤੌਰ ਤੇ ਕਿ ਧੂਰੀ ਦੇ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਆਈ ਤਾਂ ਉਸ ਸਮੇਂ ਨਵਜੋਤ ਸਿੰਘ ਸਿੱਧੂ ਹੋਣੀ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਆ, ਵੈਸੇ ਤਾਂ ਉਹਨਾਂ ਵੱਲੋਂ ਜਿਹੜਾ ਸੂਬੇ ਵੱਲੋਂ ਸਵਾਗਤ ਕੀਤਾ ਜਾਣਾ ਬਣਦਾ ਸੀਗਾ ਤਾਂ ਉਹਨਾਂ ਨੇ ਉੱਥੇ ਬੋਲਣ ਤੋਂ ਹੀ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਹੋਣੀ ਚੋਣ ਮੈਨੀਫੈਸਟੋ ਜਿਹੜਾ ਪਾਰਟੀ ਦਾ ਉਹ ਅਜੇ ਆਇਆ ਤਾਂ ਨਹੀਂ ਹੈ ਤੇ ਉਹਨਾਂ ਨੇ ਆਪਣਾ 13 ਨੁਕਾਤੀ ਜਿਹੜਾ ਏਜੰਡਾ ਹੈਗਾ ਜਿਹਨੂੰ ਉਹ ਪੰਜਾਬ ਮਾਡਲ ਕਹਿੰਦੇ ਆ ਉਹ ਪੇਸ਼ ਕਰ ਦਿੱਤਾ ਤੇ ਉਸ ਦੇ ਨਾਲ ਹੀ ਜਿਸ ਤਰ੍ਹਾਂ ਉਹਨਾਂ ਦੀ ਪੂਰਬੀ ਅੰਮ੍ਰਿਤਸਰ 'ਚ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਸਭ ਪਾਰਟੀਆਂ ਦੀ ਕੋਸ਼ਿਸ਼ ਹੈ ਤੇ ਉਹਨਾਂ ਸਾਰੀਆਂ ਤਾਕਤਾਂ ਦੀ ਕੋਸ਼ਿਸ਼ ਹੈ ਜਿਹੜੀਆਂ ਉਹਨਾਂ ਨੂੰ ਉਹ ਉੱਥੇ ਹਰਾਉਣਾ ਚਾਹੁੰਦੀਆਂ, ਜਿਹੜੀਆਂ ਇਹ ਨਹੀਂ ਚਾਹੁੰਦੀਆਂ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਪੋਲੀਟੀਕਲੀ ਤੇ ਤਗੜਾ ਹੋਵੇ, ਤਾਕਤਵਰ ਹੋਵੇ ਤੇ ਜਿਸ ਤਰ੍ਹਾਂ ਦੇ ਉਹ ਏਜੰਡੇ ਨੂੰ ਲੈ ਕੇ ਚੱਲ ਰਿਹਾ ਉਸ ਦੇ ਉੱਤੇ ਉਹ ਅਮਲ 'ਚ ਅੱਗੇ ਵਧ ਸਕੇ। ਇਸ ਦੇ ਨਾਲ ਹੀ ਜੁੜੇ ਹੋਰ ਜਿਹੜੇ ਮਾਮਲੇ ਆ ਉਸ ਨੂੰ ਅਸੀਂ ਆਪਣੀ ਚਰਚਾ 'ਚ ਲਵਾਂਗੇ ਤੇ ਨਾਲ ਹੀ ਕਿ ਜਦੋਂ ਰਾਹੁਲ ਗਾਂਧੀ ਪੰਜਾਬ ਆਏ ਆ ਪ੍ਰਿਯੰਕਾ ਗਾਂਧੀ ਤੋਂ ਬਾਅਦ ਔਰ ਪਹਿਲਾਂ ਵੀ ਜਦੋਂ ਆਏ ਉਹਨਾਂ ਦੀ ਜਿਹੜੀ ਭੂਮਿਕਾ ਹੈ ਉਸ ਨੂੰ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਹੋਣਾ ਨੇ ਕੱਲ੍ਹ ਦੀ ਉਹਨਾਂ ਦੀ ਰੈਲੀ ਦੇ ਵਿੱਚ ਰਾਹੁਲ ਗਾਂਧੀ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਕਿਸ ਤਰ੍ਹਾਂ ਜਿਹੜਾ ਰਾਹੁਲ ਗਾਂਧੀ ਹੋਣਾ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਪੰਜਾਬ 'ਚੋਂ ਮਾਫੀਆ ਖਤਮ ਕਰਨਾ, ਹਰ ਗੱਲ ਜਿਹੜੀ ਹੈ ਉਹਨਾਂ ਨੇ ਰਾਹੁਲ ਗਾਂਧੀ ਹੋਣਾ ਨਾਲ ਜੋੜ ਕੇ ਕਹੀ ਹੈ ਤੇ ਰਾਹੁਲ ਗਾਂਧੀ ਹੋਣੀ ਵੀ ਉੱਥੇ ਉਹਨਾਂ ਨੇ ਕਿਸੇ ਗੱਲ ਤੋਂ ਨਾ ਨਹੀਂ ਕੀਤੀ। ਸੋ ਇਹ ਇੱਕ ਦੇਖਣ ਵਾਲੀ ਗੱਲ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਨਵਜੋਤ ਸਿੰਘ ਦਾ ਇਸ ਢੰਗ ਨਾਲ ਵਿਚਰਨਾ ਉਹ ਪੰਜਾਬ ਦੀ ਰਾਜਨੀਤੀ 'ਚ ਕਿਸ ਤਰ੍ਹਾਂ ਦਾ ਜਿਹੜਾ ਤਬਦੀਲੀ ਲਿਆਏਗਾ ਜਾਂ ਜਿਹੜੀਆਂ ਤਬਦੀਲੀ ਵਿਰੋਧੀ ਤਾਕਤਾਂ ਉਹਦੇ ਉੱਤੇ ਹਾਵੀ ਹੋ ਜਾਣਗੀਆਂ। ਤੇ ਇਹ ਸਾਰੀ ਸਥਿਤੀ ਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਜਸਪਾਲ ਛੇਤਰਾ ਜੀ, ਜਿਨ੍ਹਾਂ ਦਾ ਬੜਾ ਲੰਬਾ ਤਜਰਬਾ ਲਗਭਗ ਪਿਛਲੇ 4 ਦਹਾਕਿਆਂ ਤੋਂ ਉਹਨਾਂ ਨੇ ਸਾਰੇ ਪੱਤਰਕਾਰੀ ਦੇ ਵਿੱਚ ਬਿਤਾਏ ਔਰ ਰਾਜਨੀਤੀ ਨੂੰ ਚਾਹੇ ਉਹ ਪੰਜਾਬ ਦੀ ਹੈ, ਚਾਹੇ ਉਹ ਕੌਮੀ ਹੈ, ਚਾਹੇ ਕੌਮਾਂਤਰੀ ਹੈ, ਉਸ ਨੂੰ ਬੜਾ ਨੇੜਿਓਂ ਤੱਕਿਆ ਤੇ ਉਹ ਸਾਰੀ ਦੇ ਬਾਰੇ ਉਹਨਾਂ ਦੀ ਇੱਕ ਆਪਣੀ ਰਾਏ ਹੈ। ਜਸਪਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੋਅ 'ਚ। ਸ਼ੁਕਰੀਆ ਜੀ, ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਸੋ ਜਸਪਾਲ ਜੀ ਅਸੀਂ ਜਿਹੜੀ ਗੱਲ ਸ਼ੁਰੂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਅਸੀਂ ਦੇਖਦੇ ਹਾਂ ਕਿ ਕਾਂਗਰਸ ਦੇ ਵਿੱਚ ਇੱਕ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਤਾਂ ਜਿਸ ਨੂੰ ਦੇਖ ਕੇ ਇਸ ਤਰ੍ਹਾਂ ਵੀ ਲੱਗਦਾ ਹੈ ਕਿ ਕਿਤੇ ਪੰਜਾਬ ਵਿੱਚ ਇਹ ਸਥਿਤੀ ਨਾ ਬਣੇ ਕਿ ਜਿਸ ਤਰ੍ਹਾਂ ਸ਼ੁਰੂ 'ਚ ਇਹ ਲੱਗ ਰਿਹਾ ਸੀਗਾ ਜਦੋਂ ਚੋਣਾਂ ਸ਼ੁਰੂ ਦਾ ਮਾਹੌਲ ਸ਼ੁਰੂ ਹੋਇਆ ਸੀ ਜਾਂ ਅਸੀਂ ਕਹਿ ਰਹੀਏ ਕਿ ਚੋਣਾਂ ਵੱਲ ਗੱਲ ਤੁਰੀ ਸੀ ਤਾਂ ਕਾਂਗਰਸ ਦਾ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਇੱਕ ਜੇਤੂ ਧਿਰੀ ਹੈ ਤੇ ਪਰ ਹੁਣ ਜਿਸ ਤਰ੍ਹਾਂ ਦੀ ਸਥਿਤੀ ਬਣਦੀ ਜਾ ਰਹੀ ਹੈ ਦਿਨ ਬ ਦਿਨ ਤੇ ਕਾਂਗਰਸ ਦੇ ਅੰਦਰ ਜਿਸ ਤਰ੍ਹਾਂ ਦਾ ਕਲੇਸ਼ ਚੱਲ ਰਿਹਾ ਹੈ, ਖਿੱਚੋਤਾਣ ਚੱਲ ਰਹੀ ਹੈ, ਉਹਦੇ ਤੋਂ ਇਹ ਨਹੀਂ ਲੱਗਦਾ ਕਿ ਕਿਸੇ ਕਾਂਗਰਸ ਜਿਹੜੀ ਹੈ ਜਿੱਤੀ ਬਾਜੀ ਨੂੰ ਹਾਰਨ ਵੱਲ ਵੱਧ ਰਹੀ ਹੈ? ਇਹ ਜਿਹੜਾ ਤੁਹਾਡਾ ਕੁਐਸਚਨ ਹੈ, ਜਿਹੜਾ ਪ੍ਰਸ਼ਨ ਹੈ, ਜਾਇਜ਼ ਹੈ। ਸਾਰੇ ਲੋਕ ਜਿਹੜੇ ਨੇੜਿਓਂ ਦੇਖ ਰਹੇ ਪੰਜਾਬ ਦੀ ਰਾਜਨੀਤੀ ਨੂੰ ਉਹ ਐਵੇਂ ਦੇਖ ਰਹੇ ਆ। ਕਾਂਗਰਸ ਦੇ ਵਿੱਚ ਜਿਹੜਾ ਜੋ ਵੀ ਵਿਚਾਰਾਂ ਦਾ ਆਦਾਨ ਪ੍ਰਦਾਨ ਇਹਨੂੰ ਕਹਿ ਲਓ ਜਾਂ ਇੱਕ ਦੂਜੇ ਦੇ ਖਿਲਾਫ ਜਿਹੜੀ ਗੱਲਬਾਤ ਹੋ ਰਹੀ ਹੈ ਜਾਂ ਜੋ ਵੀ ਨਵਜੋਤ ਸਿੰਘ ਸਿੱਧੂ ਜਿਵੇਂ ਕੇਂਦਰ ਬਣੇ ਹੋਏ ਆ ਸਾਰੀ
ਗੱਲਬਾਤ ਦਾ। ਹੋਰ ਵੀ ਜਿਹੜੇ ਜਾਖੜ ਹੋਣੀ ਹੈ ਉਹ ਵੀ ਇਹਦੇ ਵਿੱਚ ਆਪਣਾ ਰੋਲ ਪਲੇ ਕਰ ਰਿਹਾ, ਕਿਉਂਕਿ ਉਹਨਾਂ ਨੇ ਪਿਛਲੀ ਦਿਨੀ ਜਦੋਂ ਕਿਹਾ ਸੀ ਕਿ ਮੇਰੇ ਨਾਲ 42 ਵੋਟਾਂ ਸੀ, ਫਿਰ ਵੀ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਤੇ ਦੂਸਰੇ ਲੀਡਰ ਵੀ ਆਪਣੇ ਲੈਵਲ ਦੇ ਉੱਤੇ ਥੋੜਾ ਬਹੁਤ ਆਪਣੇ ਵਿਚਾਰ ਜਿਹੜੇ ਪ੍ਰਗਟ ਕਰ ਰਹੇ ਆ। ਇਹਦੇ ਨਾਲ ਬਹੁਤ ਸਾਰੀ ਚਿੰਤਾ ਇਹ ਹੈ, ਜਿਹੜੇ ਲੋਕ ਦੇਖਦੇ ਆ ਕਾਂਗਰਸ ਨੂੰ ਨੇੜਿਓਂ, ਪੰਜਾਬ ਦੀ ਕਾਂਗਰਸ ਨੂੰ, ਕਿ ਕਿਤੇ ਕਾਂਗਰਸ ਹੀ ਕਾਂਗਰਸ ਨੂੰ ਨਾ ਹਰਾ ਦੇਵੇ। ਪਰ ਇਹ ਗੱਲ ਆਪਣੀ ਜਗ੍ਹਾ ਸਹੀ ਹੈ, ਪਰ ਇਹਦੇ ਨਾਲ ਮੈਂ ਇਹਨੂੰ ਥੋੜਾ ਜਿਹਾ ਇਦਾਂ ਵੀ ਲੈਣਾ ਕਿ ਵਿਚਾਰਾਂ ਦੀ ਖੁੱਲ੍ਹ ਦਿੱਤੀ ਹੋਈ ਹੈ ਕਾਂਗਰਸ ਦੇ ਅੰਦਰ, ਜਿਹੜੀ ਪਾਰਟੀ ਦੀ ਲੀਡਰਸ਼ਿਪ ਹੈ ਉਹਨੂੰ ਬਹੁਤੇ ਬੰਦੇ ਕਮਜ਼ੋਰੀ ਵੀ ਸਮਝਦੇ ਆ ਹਾਈ ਕਮਾਂਡ ਦੀ, ਪਰ ਮੈਂ ਇਹਨੂੰ ਕਮਜ਼ੋਰੀ ਨਾਲੋਂ ਜ਼ਿਆਦਾ ਕੁਝ ਇਸ ਤਰ੍ਹਾਂ ਵੀ ਲਿਆ ਜਾ ਰਿਹਾ ਕਿ ਜਿਵੇਂ ਕੋਈ ਪਾਰਟੀ 'ਚ ਡਿਸਪਲਿਨ ਨਾ ਹੋਵੇ, ਅਨੁਸ਼ਾਸਨ ਨਾਮ ਦੀ ਚੀਜ਼ ਨਹੀਂ ਹੈ ਪਾਰਟੀ 'ਚ। ਹਾਂ, ਕੁਝ ਇਹਨੂੰ ਇਦਾਂ ਅਨੁਸ਼ਾਸਨ ਦੇ ਤੌਰ ਦੇ ਉੱਤੇ ਵੀ ਲੈ ਰਹੇ ਆ, ਪਰ ਮੈਂ ਇਹਨੂੰ ਇਦਾਂ ਲੈਣਾ ਕਿ ਵਿਚਾਰਾਂ ਦੀ ਖੁੱਲ੍ਹ ਦੇ ਕੇ ਪਾਰਟੀ ਨੂੰ ਇੱਕ ਲਾਈਵਲੀ ਪਾਰਟੀ ਬਣਾਉਣ ਵਾਲੇ ਪਾਸੇ ਹੋਣੀ, ਜਿਹੜੇ ਕਿਉਂਕਿ ਉਹਨਾਂ ਦਾ ਮੁਕਾਬਲਾ ਤੁਸੀਂ ਦੇਖੋ ਕਿ ਹਰ ਚੀਜ਼ ਜਿਹੜੀ ਸੰਦਰਭ 'ਚ ਪਈ ਹੋਈ ਹੈ। ਇੱਕ ਪਾਸੇ ਜਿੱਥੇ ਬੀਜੇਪੀ ਜਾਂ ਐਨਡੀਏ ਅਲਾਇੰਸ ਹੈ, ਜਿਹੜਾ ਮੇਨਲੀ ਬੀਜੇਪੀ ਹੈ, ਉਹਦੇ 'ਚ ਅਲਾਇੰਸ ਪਾਰਟਨਰ ਤਾਂ ਹੁਣ ਤਕਰੀਬਨ ਸਾਰੇ ਉਹਨਾਂ ਨੂੰ ਛੱਡ ਚੁੱਕੇ ਆ। ਸੋ ਉਹਨਾਂ ਦਾ ਉਹੀ ਅਗਵਾਈ ਉਹਦੀ 'ਚ ਹੀ ਹੈ। ਸੋ ਉਹਦਾ ਕੰਮ ਕਰਨ ਦਾ ਤਰੀਕਾ ਕਿ ਤੁਸੀਂ ਸੋਚ ਕੇ ਦੇਖੋ ਕਿ ਬੀਜੇਪੀ ਦੇ ਵਿੱਚ ਕੋਈ ਨਰਿੰਦਰ ਮੋਦੀ ਉਹਨਾਂ ਦੇ ਖਿਲਾਫ ਗੱਲ ਕਰਕੇ ਇੱਕ ਵੀ ਬਿਆਨ ਦੇ ਕੇ ਕੋਈ ਬੰਦਾ ਪੋਲੀਟੀਕਲੀ ਸਰਵਾਈਵ ਕਰ ਸਕਦਾ? ਸੋ ਕਾਂਗਰਸ ਦਾ ਮੁਕਾਬਲਾ, ਜਿਹੜਾ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਹੈ, ਉਹਦਾ ਮੁਕਾਬਲਾ ਜਿਹੜਾ ਬੀਜੇਪੀ ਨਾਲ ਹੈ, ਕਿਉਂਕਿ ਜਿਹੜੀ ਪਾਰਟੀ ਪਰ ਇੱਥੇ ਦਿਲਚਸਪ ਗੱਲ ਹੈ ਜਸਪਾਲ ਜੀ, ਜਿਹੜੀ ਤੁਸੀਂ ਗੱਲ ਕਹੀ ਹੈ, ਪਰ ਮੇਘਾਲਿਆ ਦੇ ਰਾਜਪਾਲ ਜਿਹੜੇ ਹੈਗੇ ਆ ਸੱਤਿਆਪਾਲ ਮਲਿਕ, ਉਹ ਤਾਂ ਬਿਆਨ ਦੇਈ ਜਾਂਦੇ ਵੈਸੇ। ਨਹੀਂ, ਉਹ ਕਿਉਂਕਿ ਉਹਨਾਂ ਦਾ ਬਿਆਨ ਜਿਹੜੇ ਉਸ ਤੋਂ ਬਾਅਦ ਰੁਕ ਗਿਆ, ਜਿਹੜੇ ਕਿਸਾਨ ਬਿੱਲ ਸੀ ਉਸ ਤੋਂ ਬਾਅਦ ਉਹ ਬਿਆਨ ਦੇਣੇ ਉਹਨਾਂ ਨੇ ਬੰਦ ਕਰਤੇ, ਕਿਉਂਕਿ ਉਦੋਂ ਜਿਹੜਾ ਗੁੱਸਾ ਸੀ ਜਿਹੜਾ ਮੋਦੀ ਉਹਨਾਂ ਦੇ ਖਿਲਾਫ ਬਹੁਤ ਹੀ ਜ਼ਿਆਦਾ ਉੱਪਰ ਪੀਕ ਦੇ ਪਹੁੰਚ ਗਿਆ ਸੀ, ਇਸ ਕਰਕੇ ਉਹ ਬੋਲ ਰਹੇ ਸੀ। ਠੀਕ ਹੈ, ਉਹਨਾਂ ਨੂੰ ਪਾਰਟੀ ਚੋਂ ਕੱਢਿਆ ਨਹੀਂ ਗਿਆ, ਮਜਬੂਰੀ ਸੀ, ਕਿਉਂਕਿ ਆਪਣੇ ਆਪ ਦੇ ਵਿੱਚ ਜਿਹੜੇ ਬਿੱਲ ਹੈ ਉਹ ਗਲੇ ਦੀ ਹੱਡੀ ਬਣੇ ਹੋਏ ਸੀ ਤੇ ਵਾਪਸ ਵੀ ਲੈਣੇ ਪੈ ਗਏ, ਮਾਫੀ ਵੀ ਮੰਗਣੀ ਪੈ ਗਈ। ਉਸ ਤੋਂ ਬਾਅਦ ਤਾਂ ਕਾਫੀ ਅਸੀਂ ਦੇਖਦੇ ਹਾਂ ਕਿ ਕਾਫੀ ਬਦਲਾਅ ਆ ਗਿਆ। ਸੋ ਮੇਰਾ ਪੁਆਇੰਟ ਇਹ ਸੀ ਕਿ ਰਾਹੁਲ ਗਾਂਧੀ ਹੋਣੀ ਕਰਨ ਜਿਹੜਾ ਹੈ ਉਹਨੂੰ ਇੱਕ ਰਣਨੀਤੀ ਦੇ ਤੌਰ ਦੇ ਉੱਤੇ ਵੀ ਦੇਖਿਆ ਜਾ ਸਕਦਾ ਕਿ ਪਾਰਟੀ ਪੰਜਾਬ ਦੇ ਵਿੱਚ ਅਲੱਗ-ਅਲੱਗ ਧੜੇ ਹੈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਉਹਨੇ ਹਟਾਇਆ ਥੋੜੇ ਦਿਨ ਪਹਿਲਾਂ ਹੀ, 3-4 ਮਹੀਨੇ ਪਹਿਲਾਂ ਚੋਣਾਂ ਜਾਣ ਤੋਂ ਬਾਅਦ। ਬੜੇ ਇੰਨੇ ਪੁਰਾਣੇ ਲੀਡਰ ਸੀ, ਉਹਨਾਂ ਦੇ ਵਿੱਚ ਫੁੱਟ ਪੈਣ ਦੀ ਜਿਹੜੀ ਸੰਭਾਵਨਾ ਉਹਨੂੰ ਉਹਨਾਂ ਨੇ ਕੰਟਰੋਲ ਕਰ ਲਿਆ। ਉਹਦੇ 'ਚ ਤਾਂ ਇਹ ਬਣਦਾ ਹੈ। ਉਸ ਤੋਂ ਬਾਅਦ ਜਿਹੜੀ ਦੂਜੀ ਗੱਲ ਹੈ ਕਿ ਜਿਹੜੀ ਉਹ ਕਰਨ ਵੀ ਤਾਂ ਕੀ ਕਰਨ, ਮੰਨ ਲਓ ਕਿ ਰਾਹੁਲ ਗਾਂਧੀ ਹੋਣੀ ਅੱਜ ਦੀ ਡੇਟ ਦੇ ਵਿੱਚ ਡਿਸਪਲਿਨ ਦੇ ਨਾਂ ਦੇ ਉੱਤੇ ਕਿਸੇ ਵੀ ਇੱਕ ਲੀਡਰ ਨੂੰ ਕੱਢ ਦਿੰਦੇ ਆ ਪਾਰਟੀ ਚੋਂ, ਤਾਂ ਉਹਦੇ ਨਾਲ ਕੀ ਪਾਰਟੀ ਯੂਨਾਈਟ ਹੋ ਜਾਊਗੀ? ਪਾਰਟੀ ਤਾਂ ਯੂਨਾਈਟ ਫਿਰ ਵੀ ਨਹੀਂ ਹੋਣੀ, ਕਿਉਂਕਿ ਡਿਸਪਲਿਨ ਨਾਲ ਜਿਹਨੂੰ ਤੁਸੀਂ ਕੱਢੋਗੇ, ਹੋਰ ਬੰਦੇ ਜਿਹੜੇ ਆ ਪਾਰਟੀ 'ਚ ਤਾਂ ਜਿਹੜੇ ਡਿਫਰੈਂਸਿਸ ਪਏ ਹੋਏ ਆ ਉਹਨਾਂ ਨੂੰ ਨਾਲ ਲੈ ਕੇ ਚੱਲਣ ਨਾਲ ਹੀ ਪਾਰਟੀ ਅੱਗੇ ਵਧੂਗੀ, ਨਾ ਕਿ ਜਿਹੜੇ ਡਿਫਰੈਂਸਿਸ ਆ ਉਹਨਾਂ ਨੂੰ ਸਪਰੈਸ ਕਰਕੇ ਤੁਸੀਂ ਅੱਗੇ ਜਾ ਸਕੋਗੇ। ਮੈਂ ਥੋੜਾ ਇਹਨੂੰ ਇਸ ਇਦਾਂ ਦੇਖਦਾ ਕਿ ਪਾਰਟੀ ਲਾਈਵਲੀ ਜਿਹੜੀ ਹੈ ਉਹ ਬਣ ਰਹੀ ਹੈ। ਦੂਸਰੀ ਗੱਲ ਹੈ ਕਿ ਰਾਹੁਲ ਗਾਂਧੀ ਉਹਨਾਂ ਨੇ ਪਿਛਲੇ ਦਿਨੀ ਜਿਹੜਾ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ, ਉਹਨੂੰ ਵੀ ਧਿਆਨ ਨਾਲ ਦੇਖਣ ਦੀ ਲੋੜ ਹੈ ਕਿ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਕਿ ਇੰਡੀਅਨ ਜਿਹੜੀ ਸਟੇਟ ਹੈ ਉਹ ਹੈ ਕੀ, ਉਹ ਯੂਨੀਅਨ ਆਫ ਸਟੇਟ ਹੈ ਜਾਂ ਪਿਓਰਲੀ ਨੇਸ਼ਨ ਸਟੇਟ ਹੈ। ਉਹਦੇ 'ਚ ਉਹਨਾਂ ਨੇ ਜ਼ੋਰ ਦਿੱਤਾ ਕਿ ਇੰਡੀਆ ਜਿਹੜਾ ਹੈ ਯੂਨੀਅਨ ਆਫ ਸਟੇਟਸ ਹੈ। ਯੂਨੀਅਨ ਆਫ ਸਟੇਟ ਦਾ ਮਤਲਬ ਹੈ ਕਿ ਹਰ ਸਟੇਟ ਹੈ ਜਿਹੜੀ ਉਹ ਇਕੁਅਲੀ ਉਹਦੇ 'ਚ ਜਿਹੜੀ ਪਾਰਟਿਸਪੈਂਟ ਹੈ, ਉਹਦੇ 'ਚ ਭਾਈਵਾਲ ਹੈ। ਸੋ ਇਸੇ ਸੰਦਰਭ ਦੇ ਵਿੱਚ ਉਹਨਾਂ ਦੀ ਜਿਹੜਾ ਪਾਰਟੀ ਦਾ ਤੁਸੀਂ ਦੇਖਦੇ ਆ, ਜਿਹੜਾ ਪੁਰਾਣਾ ਹਾਈ ਕਮਾਂਡ ਕਲਚਰ ਸੀ, ਉਹਦੇ ਤੋਂ ਪਾਰਟੀ ਜਿਹੜੀ ਹੈ ਕਾਂਗਰਸ ਉਸ ਤੋਂ ਅੱਗੇ ਵੱਧ ਕੇ ਨਵੀਂ ਤਰ੍ਹਾਂ ਦੇ ਐਕਸਪੈਰੀਮੈਂਟ, ਨਵੇਂ ਤਰ੍ਹਾਂ ਦੇ ਤਜਰਬੇ ਜਿਹੜੇ ਮੈਨੂੰ ਲੱਗਦਾ ਕਿ ਕਰਨ ਵਾਲੇ ਪਾਸੇ ਜਾ ਰਹੀ ਹੈ। ਹਰ ਸਟੇਟ ਦੇ ਵਿੱਚ ਇੱਥੇ ਮੈਂ ਤੁਹਾਡੀ ਗੱਲ ਨਾਲ ਥੋੜਾ ਜਸਪਾਲ ਜੀ ਇਹ ਵੀ ਜੋੜ ਦੇਣਾ ਚਾਹੁੰਦਾ ਕਿ ਜਦੋਂ ਰਾਹੁਲ ਗਾਂਧੀ ਹੋਣੀ ਸ਼ੁਰੂ 'ਚ ਆਏ ਸੀਗੇ ਪਾਰਟੀ ਦੇ ਅੰਦਰ, ਉਹਨਾਂ ਨੇ ਸਰਗਰਮੀ ਸ਼ੁਰੂ ਕੀਤੀ ਸੀ, ਤਾਂ ਉਹਨਾਂ ਨੇ ਸ਼ੁਰੂ ਦੇ ਵਿੱਚ ਜਿਹੜੀ NSUI ਹੈ, ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ, ਜਿਹੜੀ ਕਾਂਗਰਸ ਦੀ ਹੀ ਇੱਕ ਜਨਤਕ ਜਥੇਬੰਦੀ ਹੈ ਜਾਂ ਯੂਥ ਕਾਂਗਰਸ ਹੈ, ਉਹਦੇ ਵਿੱਚ ਉਹਨਾਂ ਨੇ ਇਲੈਕਸ਼ਨ ਦੇ ਰਾਹੀਂ ਜਿਹੜੀ ਲੀਡਰਸ਼ਿਪ ਚੁਣਨ ਦਾ ਇੱਕ ਪ੍ਰੋਸੈਸ ਸ਼ੁਰੂ ਕੀਤਾ ਸੀਗਾ। ਤੇ ਇਹਦੇ ਵਿੱਚ ਉਹਨਾਂ ਨੇ ਬਕਾਇਦਾ ਜਿਹੜੇ ਇੱਕ ਸਾਬਕਾ ਜਿਹੜੇ ਚੋਣ ਕਮਿਸ਼ਨਰ ਸੀਗੇ ਉਹਨਾਂ ਦੀ ਮਦਦ ਵੀ ਲਈ ਸੀਗੀ, ਤਾਂ ਉਹਨਾਂ ਨੇ ਇੱਕ ਸਿਸਟਮ ਬਣਾਇਆ ਸੀ। ਪਰ ਪਾਰਟੀ ਦੇ ਅੰਦਰ ਜਿਹੜੇ ਲੋਕ ਪੁਰਾਣੇ ਬੈਠੇ ਸੀਗੇ, ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਸਾਡੀ ਜਿਹੜੀ ਇੰਨੇ ਲੰਮੇ ਸਮੇਂ ਤੋਂ ਉੱਪਰ ਪਕੜ ਹੈ ਉਹ ਕਮਜ਼ੋਰ ਪੈ ਜਾਏਗੀ, ਤਾਂ ਉਹਨਾਂ ਨੇ ਉਸ ਨੂੰ ਬਹੁਤਾ ਗਾਂਹ ਵਧਣ ਨਹੀਂ ਦਿੱਤਾ। ਅਸੀਂ ਦੇਖਦੇ, ਤੁਸੀਂ ਗੱਲ ਆਪਾਂ ਜੇ ਪੰਜਾਬ ਦੇ ਸੰਦਰਭ 'ਚ ਕਹੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਜਿੰਨੇ ਯੰਗ ਲੀਡਰ ਤੁਹਾਨੂੰ ਨਜ਼ਰ ਆਉਂਦੇ ਆ, ਇਹ ਉਸੇ ਦੌਰ 'ਚੋਂ ਨਿਕਲੇ ਆ, ਚਾਹੇ ਉਹ ਰਾਜਾ ਵੜਿੰਗ ਹੋਵੇ, ਚਾਹੇ ਰਵਨੀਤ ਬਿੱਟੂ ਹੋਵੇ, ਚਾਹੇ ਹੋਰ ਇਸ ਤਰ੍ਹਾਂ ਦੇ ਲੀਡਰ ਜਿਹੜੇ ਆ,
ਮਨੀਸ਼ ਤਿਵਾੜੀ ਹੋਵੇ, ਇਹ ਸਾਰੇ ਲੀਡਰ ਉਸ ਦੌਰ 'ਚ ਆਏ ਆ। ਸੋ ਮੈਂ ਤੁਹਾਡੀ ਗੱਲ 'ਚ ਐਡ ਹੀ ਕਰਨਾ, ਬਾਕੀ ਤੁਸੀਂ ਆਪਣੀ ਗੱਲ ਜਾਰੀ ਰੱਖੋ। ਹਾਂ ਬਿਲਕੁਲ, ਕਿਉਂਕਿ ਉਹਨਾਂ ਨੇ ਜਿਹੜਾ ਸ਼ੁਰੂ ਦੇ ਵਿੱਚ ਉਹਨਾਂ ਦੀ ਆਲੋਚਨਾ ਵੀ ਹੋਈ ਸੀ, ਹਾਲਾਂਕਿ ਕੁਝ ਜਿਹੜੇ ਉਹਨਾਂ ਦੇ ਵਿਰੋਧੀ ਹੈ ਉਹ ਵੀ ਇਹ ਕਹਿੰਦੇ ਆ ਕਿ ਉਹ ਜਿਹੜੀ ਪਾਰਟੀ ਦੇ ਵਿੱਚ ਚੋਣਾਂ ਕਰਾਉਣ ਦਾ, ਵੱਖ-ਵੱਖ ਜਿਹੜੇ ਵਿੰਗਸ ਹੈ, ਸਟੂਡੈਂਟ ਵਿੰਗ ਹੈ ਜਾਂ ਉਹਨਾਂ 'ਚ ਚੋਣਾਂ ਕਰਾਉਣ ਦਾ ਫਾਇਦਾ ਕੀ ਹੈ, ਜਦੋਂ ਪਾਰਟੀ ਦੀ ਜਿਹੜੀ ਅਸਲ ਲੀਡਰਸ਼ਿਪ ਹੈ ਉਹ ਫਿਰ ਪਰਿਵਾਰ ਦੇ ਕੋਲ ਹੀ ਰੱਖਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਉਹਨੂੰ ਆਲੋਚਨਾ ਇਸ ਗੱਲ ਨੂੰ ਹੁੰਦੀ ਹੈ। G23 ਜਿਹੜਾ ਹੈ ਸਾਰਾ ਦਾ ਸਾਰਾ ਗਰੁੱਪ ਹੈ, ਉਹ ਵੀ ਉਹਨਾਂ ਦੀ ਇਹ ਗੱਲ ਆਲੋਚਨਾ ਕਰਦਾ ਕਿ ਤੁਸੀਂ ਪਾਰਟੀ ਦੀ ਜਿਹੜੀ ਚੋਣ ਤਾਂ ਨਹੀਂ ਕਰਾਉਂਦੇ, ਥੱਲੇ ਵਿੰਗਸ ਦੀ ਚੋਣ ਕਰਾਉਂਦੇ। ਇਹ ਆਪਣੀ ਜਗ੍ਹਾ ਗੱਲ ਠੀਕ ਵੀ ਹੈ ਕਿ ਉਹਦੇ ਵਿੱਚ ਹਲੇ ਪਾਰਟੀ ਨੇ ਉਸ ਪਾਸੇ ਵਧਣ ਵਾਲੇ ਪਾਸੇ ਅਜੇ ਨਹੀਂ ਜਾ ਰਹੀ ਪਾਰਟੀ, ਪਰ ਉਹਦੇ 'ਚ ਪ੍ਰੋਬਲਮ ਆਪਣੀ ਜਗ੍ਹਾ ਇਹ ਆਪਾਂ ਪੰਜਾਬ ਵਾਲੇ ਪਾਸੇ ਹੀ ਆਉਂਦੇ ਕਿ ਪੰਜਾਬ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹ ਕੀ ਬਣੀ ਹੋਈ ਹੈ। ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਜਦੋਂ ਲਿਆਂਦਾ ਗਿਆ, ਪਾਰਟੀ ਦੇ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਕਾਂਗਰਸ ਦੇ ਨਾਲ। ਹਾਲਾਂਕਿ ਉਹਨਾਂ ਦੇ ਜਿਹੜੇ ਫਾਦਰ ਹੈ ਭਗਵੰਤ ਸਿੰਘ ਹੋਣੀ, ਉਹ ਲੰਮਾ ਸਮਾਂ ਪਾਰਟੀ 'ਚ ਰਹੇ ਸੀ, ਪਰ ਉਹ ਕਿਉਂਕਿ ਅਮਰਿੰਦਰ ਸਿੰਘ ਹੋਣਾ ਦੀ ਜਿਸ ਤਰ੍ਹਾਂ ਦਾ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਦਾ ਉਹਨਾਂ ਦਾ ਕੱਦ-ਬੁੱਤ ਸੀ, ਉਹ ਪਟਿਆਲੇ ਦੇ ਵਿੱਚ ਉਹਨਾਂ ਨੇ ਕਿਸੇ ਨੂੰ ਉੱਭਰ ਨਹੀਂ ਦਿੱਤਾ। ਉਹ ਹੁਣ ਫਰੈਂਕਲੀ ਕਹਿੰਦੇ ਵੀ ਹੈ ਕਿ ਉਹ ਕਾਂਗਰਸ ਦੇ ਵਿੱਚ ਇਸ ਕਰਕੇ ਨਹੀਂ ਆ ਸਕੇ ਜੇ ਆਉਣਾ ਵੀ ਚਾਹੁੰਦੇ ਸੀ ਸਿਆਸਤ ਦੇ ਵਿੱਚ। ਸੋ ਸਿੱਧੂ ਹੋਣਾ ਨੂੰ ਜਦੋਂ ਲਿਆਂਦਾ ਗਿਆ ਪ੍ਰਧਾਨ ਦੇ ਤੌਰ ਦੇ ਉੱਤੇ, ਸੋ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਚੁਣੌਤੀ ਦੇ ਤੌਰ ਦੇ ਉੱਤੇ ਸੀ ਕਿ ਪਾਰਟੀ ਤੋਂ ਬਾਹਰੋਂ ਲਿਆ ਕੇ ਕਿਸੇ ਬੰਦੇ ਨੂੰ ਤੁਸੀਂ ਪਾਰਟੀ ਦਾ ਪ੍ਰਧਾਨ ਬਣਾ ਦਿੰਦੇ ਆ, ਤੇ ਕੁਦਰਤੀ ਤੌਰ ਦੇ ਉੱਤੇ ਰਿਜ਼ੈਂਟਮੈਂਟ ਹੋਣੀ ਵੀ ਜ਼ਰੂਰੀ ਹੈ। ਵੱਖ-ਵੱਖ ਜਿਹੜੇ ਗਰੁੱਪ ਹੈ, ਜਿਹੜੇ ਪਾਰਟੀ ਜਿਵੇਂ ਰਵਨੀਤ ਬਿੱਟੂ, ਸਾਰੇ ਪੁਰਾਣੇ ਟ੍ਰੈਡੀਸ਼ਨਲ ਕਾਂਗਰਸ, ਸੁਖਜਿੰਦਰ ਰੰਧਾਵਾ ਹੋਣੀ ਹੋ ਗਏ, ਬਾਜਵਾ ਹੋਣੀ ਹੋ ਗਏ, ਸਾਰੇ ਪੁਰਾਣੇ ਜਿਹੜੇ ਪਰਿਵਾਰ ਹੈ ਜਿਹੜੇ ਪਿਛਲੇ 70 80 ਸਾਲ ਤੋਂ ਕਾਂਗਰਸ ਨਾਲ ਜੁੜੇ ਹੋਏ ਹੈ, ਉਹ ਇੱਕ ਤਰ੍ਹਾਂ ਨਾਲ ਇਹਨੂੰ ਵਿਰੋਧ ਵੀ ਕਰਦੇ ਰਹੇ ਆ ਸਿੱਧੂ ਹੋਣਾ ਦਾ। ਸੋ ਜਿਹੜੀ ਇਹ ਸਿਚੁਏਸ਼ਨ ਹੈ ਕਾਂਗਰਸ ਦੀ, ਪੰਜਾਬ ਕਾਂਗਰਸ ਦੀ, ਬੜੀ ਅਜੀਬ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਬਣੀ ਹੋਈ ਹੈ। ਤੇ ਇਹਦੇ 'ਚ ਜਿਹੜੀ ਸਿਚੁਏਸ਼ਨ ਹੈ, ਪਰ ਉਹ ਸਿਚੁਏਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਹੋਣੀ ਮੁੱਦੇ ਉਠਾ ਰਿਹਾ, ਲੋਕ ਉਹਨਾਂ ਨੂੰ ਲਾਈਕ ਤਾਂ ਕਰ ਰਹੇ ਕਿ ਵਾਕਈ ਪੰਜਾਬ ਦੇ ਮੁੱਦੇ ਆ ਤੇ ਪੰਜਾਬ 'ਚ ਇਸ ਤਰ੍ਹਾਂ ਹੋਣਾ ਚਾਹੀਦਾ। ਹੁਣ ਉਹਨਾਂ ਨੇ ਪਾਰਟੀ ਤੋਂ ਵੱਖਰਾ ਹੀ ਆਪਣਾ ਇੱਕ 13 ਨਕਾਤੀ ਪ੍ਰੋਗਰਾਮ ਦਿੱਤਾ, ਤੁਸੀਂ ਉਸ ਦੇ ਬਾਰੇ ਕੀ ਕਹਿਣਾ? ਦੇਖੋ, ਨਵਜੋਤ ਸਿੰਘ ਸਿੱਧੂ ਹੋਣੀ ਜਿਹੜੇ ਮੁੱਦਿਆਂ ਦੀ ਗੱਲ ਲਗਾਤਾਰ ਉਹ ਕਰ ਰਹੇ ਆ, ਜਦੋਂ ਤੋਂ ਉਹਨਾਂ ਨੂੰ ਪਾਸੇ ਕੀਤਾ ਗਿਆ ਸੀ ਅਮਰਿੰਦਰ ਸਿੰਘ ਹੋਣਾ ਵੱਲੋਂ, ਉਹ ਚੁੱਪ ਰਹਿਣ ਤੋਂ ਬਾਅਦ ਜਦੋਂ ਵਾਪਸ ਸਿਆਸਤ ਦੇ ਵਿੱਚ ਆਏ ਆ, ਉਦੋਂ ਤੋਂ ਏਜੰਡੇ ਦੀ ਗੱਲ ਕਰ ਰਹੇ, ਜਿਹਦੇ 'ਚ ਉਹਨਾਂ ਨੇ ਕੋਲਡ ਸਟੋਰੇਜ ਚੇਨ ਬਣਾਉਣ ਦੀ ਗੱਲ ਕੀਤੀ ਹੈ, MSP ਦੇਣ ਦੀ ਗੱਲ ਕੀਤੀ ਹੈ ਵੱਖ-ਵੱਖ ਫਸਲਾਂ ਦੇ ਉੱਤੇ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਬਹੁਤ ਸਾਰੇ ਜਿਹੜੇ ਆ ਮਾਈਨਿੰਗ ਦਾ ਜਿਹੜੀ ਕਾਰਪੋਰੇਸ਼ਨ ਬਣਾਉਣ ਦੀ ਗੱਲ ਕੀਤੀ ਹੈ, ਟਰਾਂਸਪੋਰਟ ਮਾਫੀਆ ਖਤਮ ਕਰਨ ਲਈ ਟਰਾਂਸਪੋਰਟ ਕਾਰਪੋਰੇਸ਼ਨ ਬਣਾਉਣ ਦੀ ਗੱਲ ਕੀਤੀ ਹੈ। ਸੋ ਸਿੱਖਿਆ, ਸਿਹਤ, ਸਾਰੀਆਂ ਚੀਜ਼ਾਂ ਦੇ ਵਿੱਚ ਸਰਕਾਰ ਜਿਹੜੀ ਕਿ ਇੱਕ ਪਹਿਲਾਂ ਬਾਹਰ ਜਾਂਦੀ ਦਿਖਾਈ ਦੇ ਰਹੀ ਸੀ ਹਰ ਪਾਸਿਓਂ, ਵਾਪਸ ਤੋਂ ਜਿਹੜੀ ਸਰਕਾਰ ਦੇ ਜਿਹੜੇ ਅਦਾਰੇ ਹੈ ਉਹਨਾਂ ਨੂੰ ਮਜ਼ਬੂਤ ਕਰਨ ਵਾਲੀ ਜਿਹੜੀ ਗੱਲ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਲਗਾਤਾਰ ਉਹ ਕਰ ਰਹੇ ਹੈ। ਦੂਸਰੀ ਗੱਲ ਜਿਹੜੀ ਉਹਨਾਂ ਦੀ ਲਗਾਤਾਰ ਜਿਹੜੀ ਹੋ ਰਹੀ ਹੈ, ਜਿਹਦੇ ਤੋਂ ਉਹਨਾਂ ਨੂੰ ਪਾਰਟੀ ਦੇ ਅੰਦਰੋਂ ਵੀ ਕਾਫੀ ਵੱਡੀ ਚੁਣੌਤੀ ਮਿਲ ਰਹੀ ਹੈ, ਉਹ ਇਹ ਹੈ ਕਿ ਉਹ ਲਗਾਤਾਰ ਕਹਿ ਰਿਹਾ ਹੈ ਕਿ ਜੇ ਅਸੀਂ ਇਹ ਨਹੀਂ ਕਰਾਂਗੇ ਤਾਂ ਜਿਹੜੀ ਹੈ ਬਦਲਾਅ ਨਹੀਂ ਪੰਜਾਬ ਦੇ ਵਿੱਚ ਆ ਸਕੇਗਾ ਤੇ ਪੰਜਾਬ ਜਿਹੜਾ ਸਰਵਾਈਵ ਨਹੀਂ ਕਰ ਸਕੂਗਾ ਇਕਨੋਮਿਕਲੀ। ਇਹ ਗੱਲ ਠੀਕ ਵੀ ਲੱਗਦੀ ਹੈ ਕਿਉਂਕਿ ਕਰਜ਼ਾ ਜਿਹੜਾ ਤਕਰੀਬਨ 3 ਲੱਖ ਕਰੋੜ ਤੋਂ ਵੀ ਵੱਧ ਚੁੱਕਿਆ ਪੰਜਾਬ ਦੇ ਉੱਤੇ। ਸੋ ਵਿਦੇਸ਼ਾਂ ਦੇ ਵਿੱਚ ਜਿਹੜੇ ਆ ਰਹੇ ਵਿਦਿਆਰਥੀ ਹੈ, ਜੇ ਉਹਨਾਂ ਨੂੰ ਰੋਕਣਾ ਤਾਂ ਰੁਜ਼ਗਾਰ ਦੇ ਮੌਕੇ ਤਾਂ ਉੱਥੇ ਪੈਦਾ ਕਰਨੇ ਹੀ ਪੈਣਗੇ। ਇਹ ਤਾਂ ਠੀਕ ਹੈ ਤੁਹਾਡੀ ਗੱਲ ਜਸਪਾਲ ਜੀ, ਪਰ ਉਹਦੇ ਨਾਲ ਅਸੀਂ ਦੇਖਦੇ ਹਾਂ ਕਿ ਜਦੋਂ ਉਹ ਮਾਫੀਆ ਨੂੰ ਖਤਮ ਕਰਨ ਦੀ ਗੱਲ ਕਰਦੇ ਆ, ਵੱਖ-ਵੱਖ ਮਾਫੀਆ, ਜਿਸ ਤਰ੍ਹਾਂ ਦੀ ਸ਼ਰਾਬ ਦਾ ਮਾਫੀਆ ਹੈ, ਰੇਤ ਦਾ ਮਾਫੀਆ ਹੈ, ਬਾਕੀ ਜਿਹੜੇ ਟਰਾਂਸਪੋਰਟ ਦਾ ਮਾਫੀਆ, ਕੇਬਲ ਮਾਫੀਆ, ਮਤਲਬ ਕਈ ਤਰ੍ਹਾਂ ਦੇ ਮਾਫੀਆ ਜਿਹੜੇ ਪੰਜਾਬ 'ਚ ਪਿਛਲੇ ਲਗਭਗ 25 ਕੁ ਸਾਲਾਂ ਦੇ ਅੰਦਰ ਪੈਦਾ ਹੋਏ ਆ ਤੇ ਜਿਨ੍ਹਾਂ ਨੇ ਪੰਜਾਬ ਦੇ ਬਹੁਤ ਜਿਹੜੇ ਰਿਸੋਰਸਿਸ ਹੈ ਉਹਨਾਂ ਨੂੰ ਵਰਤਿਆ ਹੈਗਾ ਆਪਣੇ ਨਿੱਜੀ ਹਿੱਤਾਂ ਲਈ, ਤੇ ਆਪ ਉਹ ਬਹੁਤ ਇਸ ਸਾਰੇ ਦੌਰ ਦੌਰਾਨ ਉਹਨਾਂ ਦੀ ਉੱਭਰੇ ਵੀ ਹੈ ਔਰ ਉਹਨਾਂ ਨੇ ਮਤਲਬ ਅਮੀਰ ਵੀ ਹੋਏ ਹੈ, ਤੇ ਪਰ ਪੰਜਾਬ ਤੇ ਪੰਜਾਬ ਦੇ ਲੋਕ ਲਗਾਤਾਰ ਉਸ ਦੀ ਮਾਰ ਜਿਹੜੀ ਹੈ ਉਹ ਚੱਲ ਰਿਹਾ। ਤੇ ਕੀ ਉਹ ਜਿਹੜੀ ਸਾਰੀਆਂ ਉਹ ਤਾਕਤਾਂ ਹੈ ਉਹ ਇਸ ਗੱਲ ਨੂੰ ਅੱਗੇ ਵਧਣ ਦੇਣਗੀਆਂ? ਦੇਖੋ, ਇਹੀ ਤਾਂ ਚੈਲੰਜ ਹੈ, ਇਹੀ ਤਾਂ ਚੁਣੌਤੀ ਵੀ ਹੈ, ਪਰ ਇਹੀ ਖੂਬਸੂਰਤੀ ਵੀ ਹੈ ਡੈਮੋਕ੍ਰੇਸੀ ਦੀ ਕਿ ਜਦੋਂ ਚੁਣੌਤੀਆਂ ਆਉਂਦੀਆਂ ਤੇ ਕੋਈ ਬੰਦਾ ਅਗਰ ਸਟੈਂਡ ਲੈ ਕੇ ਖੜਦਾ, ਉਹਦੇ 'ਚ ਉਸ ਦਾ ਆਭਾਰ ਹੁੰਦਾ। ਤੇ ਸਿੱਧੂ ਹੋਣਾ ਦਾ ਆਭਾਰ ਵੀ ਦੇਖਿਆ ਜਾਵੇ, ਸਿੱਧੂ ਹੋਣਾ ਕੋਲ ਕੋਈ ਇਸ ਤੋਂ ਇਲਾਵਾ ਕੁਆਲਿਟੀ ਵੀ ਕੀ ਹੈ ਕਿ ਉਹ ਚੰਗਾ ਬੋਲ ਲੈਂਦੇ ਆ ਤੇ ਉਹਨਾਂ ਦੀ ਭਾਸ਼ਾ ਦੇ ਉੱਤੇ ਹਾਲਾਂਕਿ ਉਹ ਬੜਬੋਲੇ ਸਮਝੇ ਜਾਂਦੇ ਆ ਕਈ ਮਾਮਲਿਆਂ ਦੇ ਵਿੱਚ,
ਤੇ ਉਹ ਹੈ ਵੀ ਠੀਕ ਹੈ, ਉਹਨਾਂ ਦਾ ਸਟਾਈਲ ਹੈ ਆਪਣਾ। ਪਰ ਜਿਹੜੀ ਉਹ ਗੱਲ ਕਰਦੇ ਆ, ਤੁਸੀਂ ਜਿੰਨੀਆਂ ਉਹਨਾਂ ਦੀਆਂ ਇੰਟਰਵਿਊਜ਼ ਦੇਖੋਗੇ ਨੈਸ਼ਨਲ ਮੀਡੀਆ ਦੇ ਉੱਤੇ ਪਿਛਲੇ ਸਮੇਂ ਦੌਰਾਨ, ਵੱਡੇ ਵੱਡੇ ਐਂਕਰ ਜਿਹੜੇ ਆ ਕੇ ਹੈ, ਉਹਨਾਂ ਨੂੰ ਉਹ ਦਲੀਲ ਦੇ ਨਾਲ ਸਹਿਮਤ ਕਰ ਲੈਂਦੇ ਆ, ਆਪਣੀ ਗੱਲ ਦੇ ਨਾਲ। ਇਹ ਉਹਨਾਂ ਦੇ ਵਿੱਚ ਕਾਬਲੀਅਤ ਹੈ। ਦੂਸਰੀ ਗੱਲ ਹੈ ਕਿ ਜੁਰਅਤ ਹੈ ਉਹਨਾਂ 'ਚ। ਤੁਸੀਂ ਸੋਚ ਕੇ ਦੇਖੋ ਕਿ ਕਰਤਾਰਪੁਰ ਦਾ ਲਾਂਘਾ ਲੈ ਲਓ, ਪਾਕਿਸਤਾਨ ਨਾਲ ਵਪਾਰ ਦੀ ਗੱਲ ਲੈ ਲਓ, ਇੱਕ ਨੈਸ਼ਨਲ ਪਾਰਟੀ ਦੇ ਵਿੱਚ ਰਹਿੰਦੇ ਹੋਏ ਕੋਈ ਲੀਡਰ ਹੈ ਜਿਹੜਾ, ਉਹ ਇਸ ਜੁਰਅਤ ਨਾਲ ਖੜਿਆ ਹੋਵੇ ਪਿਛਲੇ ਇੰਨੇ ਸਮੇਂ ਤੋਂ, ਮੈਂ ਤਾਂ ਕੋਈ ਹੋਰ ਦੇਖਦਾ ਨਹੀਂ ਹੈ। ਵੱਡੇ ਵੱਡੇ ਜਿਹੜੇ ਧਨੰਤਰ ਲੀਡਰ ਹੈ, ਇਸ ਮੁੱਦਿਆਂ ਦੇ ਉੱਤੇ ਆ ਕੇ ਚੁੱਪ ਵੱਟ ਲੈਂਦੇ ਆ। ਹਾਲਾਂਕਿ ਉਹ ਪੰਜਾਬ ਜਾਂ ਨਾਰਦਰਨ ਰੀਜਨ ਦੇ ਬਹੁਤ ਹੀ ਅਹਿਮ ਮੁੱਦੇ ਹੈ। ਉਹਦੇ 'ਚ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਕਿਉਂਕਿ ਕਿਸੇ ਵੀ ਖਿੱਤੇ ਨੇ ਜੇ ਤਰੱਕੀ ਕਰਨੀ ਹੈ ਤਾਂ ਉੱਥੇ ਦੀਆਂ ਜ਼ਰੂਰਤਾਂ ਨੂੰ ਸਮਝਣਾ ਪਏਗਾ। ਹਰ ਸਟੇਟ ਦੀਆਂ ਆਪਣੀਆਂ ਜ਼ਰੂਰਤਾਂ ਹੈ। ਸੋ ਜਿਹੜੀ ਜ਼ਰੂਰਤ ਉਹਨਾਂ 'ਚ ਹੈਗੀ ਹੈ, ਉਹ ਵੀ ਉਹਨਾਂ ਦੀ ਇੱਕ ਯੂਨੀਕਨੈਸ ਹੈ, ਜਿਹਦੇ ਕਰਕੇ ਹੀ ਉਹ ਹੁਣ ਤੱਕ ਇੰਨੇ ਉਤਰਾਅ ਚੜਾਅ, ਇੰਨੇ ਵਿਰੋਧਾਂ ਦੇ ਬਾਵਜੂਦ ਬਚੇ ਹੋਏ ਆ ਤੇ ਆਪਣੇ ਆਪ ਨੂੰ ਉਹਨਾਂ ਨੇ ਸਰਵਾਈਵ ਕੀਤਾ ਹੋਇਆ। ਤੇ ਪਰ ਜਿਸ ਤਰ੍ਹਾਂ ਦੀ ਸਾਰੀ ਸਥਿਤੀ ਹੈ ਪਾਰਟੀ ਦੇ ਅੰਦਰ, ਪਾਰਟੀ ਦੇ ਅੰਦਰੋਂ ਵੀ ਉਹਨਾਂ ਦਾ ਵਿਰੋਧ ਹੈ ਔਰ ਬਾਹਰੋਂ ਤਾਂ ਵਿਰੋਧ ਹੈ ਹੀ ਹੈ। ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੋਣੀ ਕਹਿੰਦੇ ਆ, ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਕਹਿ ਰਹੀ ਹੈ, ਜਿਸ ਤਰ੍ਹਾਂ ਅਕਾਲੀ ਦਲ ਕਹਿ ਰਿਹਾ, ਔਰ ਇਹ ਸਾਰਾ ਜਿਹੜੀ ਸਥਿਤੀ ਹੈ ਅੰਮ੍ਰਿਤਸਰ ਦੇ ਵਿੱਚ, ਤੁਸੀਂ ਉੱਥੇ ਕਿਸ ਤਰ੍ਹਾਂ ਸਮਝਦੇ ਹੋ ਕਿ ਵੀ ਇਹਨਾਂ ਸਾਰੀਆਂ ਪਰਿਸਥਿਤੀਆਂ 'ਚ ਉਹ ਸਰਵਾਈਵ ਕਰ ਜਾਣਗੇ? ਦੇਖੋ, ਅੰਮ੍ਰਿਤਸਰ ਦੇ ਵਿੱਚ ਸੀਟ ਦੇ ਉੱਤੇ ਉਹਨਾਂ ਦੀ ਚੁਣੌਤੀ ਹੈ, ਜਿਹੜੇ ਉਮੀਦਵਾਰ ਹੈ ਬੀਜੇਪੀ ਵੱਲੋਂ, ਇੱਕ ਸਾਬਕਾ IAS ਅਫਸਰ ਹੈ, ਕਾਫੀ ਸੀਨੀਅਰ ਜਿਹੜੇ ਹੈ, ਰਾਜੂ ਹੋਣੀ ਹੈ। ਦੂਸਰੇ ਪਾਸੇ ਮਜੀਠੀਆ। ਹੁਣ ਮਜੀਠੀਆ ਹੋਣੀ, ਇੱਕ ਤਾਂ ਉਹ ਸ਼ਹਿਰੀ ਸੀਟ ਹੈ, ਉਹਦੀ ਬਣਤਰ ਜੇ ਦੇਖੀ ਜਾਵੇ ਤਾਂ ਉਹ ਜਿਹੜੀ ਕਾਂਗਰਸ ਤੇ ਬੀਜੇਪੀ ਦੀ ਹੀ ਸੀਟ ਹੈ, ਸ਼ੁਰੂ ਤੋਂ ਟ੍ਰੈਡੀਸ਼ਨਲੀ ਮੰਨੀ ਜਾਂਦੀ ਹੈ। ਪਰ ਵੈਸੇ ਤਾਂ ਬੀਜੇਪੀ ਜਸਪਾਲ ਜੀ ਸ਼ੁਰੂ ਤੋਂ ਤਾਂ ਇਹ ਆਪਾਂ ਜੇ ਦੇਖੀਏ ਨਾ 2017 ਤੋਂ ਪਹਿਲਾਂ ਤਾਂ ਪੰਜਾਬ 'ਚ ਧਿਰਾਂ ਹੀ ਦੋ ਸੀਗੀਆਂ, ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ, ਤੇ ਦੂਸਰਾ ਕਾਂਗਰਸ। ਹੋਰ ਤਾਂ ਤੀਸਰੀ ਧਿਰ ਤਾਂ ਹੈ ਨਹੀਂ ਸੀ। ਤੀਸਰੀ ਧਿਰ ਤਾਂ ਆਣ ਕੇ 2017 'ਚ ਪੈਦਾ ਹੁੰਦੀ, ਜਦੋਂ ਆਮ ਆਦਮੀ ਪਾਰਟੀ ਦਾ ਦਾਖਲਾ ਹੁੰਦਾ ਪੰਜਾਬ 'ਚ। ਸੋ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਜਿਹੜੀ ਅਕਾਲੀ ਦਲ ਦੀ ਟ੍ਰੈਡੀਸ਼ਨਲ ਵੋਟ ਹੈ, ਉਹ ਆਪਣੇ ਆਪ ਦੇ ਵਿੱਚ ਉਸ ਹਲਕੇ ਦੇ ਵਿੱਚ ਬਹੁਤ ਥੋੜੀ ਹੈ। ਸੋ ਮਜੀਠੀਆ ਹੋਣਾ ਨੂੰ ਵੋਟ ਕਿਹੜੀ ਮਿਲੂਗੀ, ਇਹ ਦੇਖਣ ਵਾਲੀ ਗੱਲ ਹੈ ਕਿ ਉਹ ਬੀਜੇਪੀ ਦੀ ਵੋਟ ਅਟਰੈਕਟ ਕਰਨਗੇ ਜਾਂ ਕਾਂਗਰਸ ਦੀ ਵੋਟ ਨੂੰ ਭੰਨ ਪਾਉਣਗੇ। ਜਿਹੜੀ ਟ੍ਰੈਡੀਸ਼ਨਲ ਵੋਟ ਨਾ ਹੋਣ ਦੀ ਸੂਰਤ ਦੇ ਵਿੱਚ ਮੈਂ ਸਮਝਦਾ ਕਿ ਮਜੀਠੀਆ ਹੋਣੀ ਸ਼ਾਇਦ ਉਹਨੂੰ ਓਡਾ ਵੱਡਾ ਚੈਲੰਜ ਨਹੀਂ ਦੇ ਸਕਣਗੇ। ਬੀਜੇਪੀ ਦੇ ਵਿੱਚ ਚੈਲੰਜ ਬੀਜੇਪੀ ਤੋਂ ਹੋ ਸਕਦਾ ਸੀ, ਸਿੱਧੂ ਹੋਣਾ ਨੂੰ ਚੈਲੰਜ, ਪਰ ਉਹ ਕਿਉਂਕਿ ਇੱਕ ਪੁਰਾਣੇ IAS ਅਫਸਰ ਹੈ, ਸਾਨੂੰ ਪਤਾ ਹੀ ਹੈ ਕਿ ਜਿਹੜੇ ਬਿਊਰੋਕਰੇਟ ਹੁੰਦੇ ਆ ਉਹਨਾਂ ਦੀ PR ਜਾਂ ਲੋਕਾਂ ਨਾਲ ਮਿਲਣ ਵਰਤਣ ਜਿਹੜਾ ਹੈ ਜਾਂ ਇਮੇਜ ਹੈ ਕਿਸ ਤਰ੍ਹਾਂ ਦਾ ਹੁੰਦਾ ਹੈ, ਸਾਨੂੰ ਸਾਰਿਆਂ ਨੂੰ ਪਤਾ। ਜਦੋਂ ਵੀ ਸਿਆਸਤ ਦੇ ਵਿੱਚ ਕੋਈ ਬਿਊਰੋਕਰੇਟ ਆਉਂਦਾ ਤਾਂ ਉਹ, ਕਿਉਂਕਿ ਉਹਨੇ 50 60 40 ਸਾਲ ਨੌਕਰੀ ਕੀਤੀ ਹੁੰਦੀ ਹੈ, ਉਹ ਤਾਂ ਇੱਕ ਬਾਦਸ਼ਾਹਤ ਹੁੰਦੀ ਹੈ, ਕੋਈ ਜਵਾਬਦੇਹੀ ਨਹੀਂ ਹੁੰਦੀ ਤੁਹਾਨੂੰ, ਸਾਨੂੰ ਪਤਾ ਹੀ ਹੈ ਨਾ, ਉਹਨਾਂ ਨੂੰ ਕੋਈ ਹਟਾ ਸਕਦਾ। ਉਹ ਤਾਂ ਅਸਲੀ ਬਾਦਸ਼ਾਹ ਤਾਂ ਬਿਊਰੋਕਰੇਟ ਹੀ ਹੁੰਦੇ ਆ। ਸੋ ਜਦੋਂ ਲੋਕਾਂ ਨਾਲ ਉਹਨਾਂ ਨੂੰ ਆ ਕੇ ਰਾਬਤਾ ਕਾਇਮ ਕਰਨਾ ਪੈਂਦਾ, ਦਰ ਉਹਨਾਂ ਨੂੰ ਵੋਟਾਂ ਲੈਣ ਲਈ ਜਾਣਾ ਪੈਂਦਾ ਦਰ ਤਾਂ ਇੰਨੇ ਜ਼ਿਆਦਾ ਸਕਸੈਸਫੁਲ ਜਿਹੜੇ ਬਿਊਰੋਕਰੇਟ ਨਹੀਂ ਹੁੰਦੇ ਜ਼ਿਆਦਾਤਰ। ਹਾਲਾਂਕਿ 15-20 ਸਾਲ 10 ਸਾਲ ਕੱਢ ਕੇ ਜ਼ਰੂਰ ਉਹਨਾਂ ਨੂੰ ਕਈ ਵਾਰੀ ਇਹ ਜਿਹੜਾ ਮਹਾਰਤ ਹਾਸਲ ਹੋ ਜਾਂਦੀ ਹੈ, ਪਰ ਉਹ ਬੀਜੇਪੀ ਦੇ ਕੈਂਡੀਡੇਟ ਵੀ ਉੱਥੋਂ ਕਮਜ਼ੋਰ ਹੈ। ਇਸ ਕਰਕੇ ਸਿੱਧੂ ਹੋਣੀ ਇੱਕ ਮੇਰੇ ਹਿਸਾਬ ਨਾਲ ਈਸਟ ਦੇ ਵਿੱਚ ਚੈਲੰਜਾਂ ਦੇ ਬਾਵਜੂਦ, ਚੁਣੌਤੀਆਂ ਦੇ, ਉਹਨਾਂ ਦੀ ਪੋਜੀਸ਼ਨ ਜਿਹੜੀ ਹੈ ਠੀਕ ਠਾਕ ਹੈ ਹਲੇ। ਪਰ ਦੂਸਰੇ ਪਾਸੇ ਇਹ ਵੀ ਗੱਲ ਆ ਰਹੀ ਹੈ ਜਸਪਾਲ ਜੀ, ਜਿਸ ਤਰ੍ਹਾਂ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਚਿਹਰਾ ਐਲਾਨ ਦਿੱਤਾ ਗਿਆ, ਉਸ ਤੋਂ ਬਾਅਦ ਜਿਹੜੀ ਸਥਿਤੀ ਬਣੀ, ਤਾਂ ਹੁਣ ਅਸੀਂ ਜਿਹੜੀ ਕੱਲ ਸਟੇਜ ਜਿੱਥੇ ਕਿ ਮੁੱਖ ਮੰਤਰੀ ਨੇ ਪਹੁੰਚਣਾ ਸੀ, ਉੱਥੇ ਉਹ ਪਹੁੰਚ ਨਹੀਂ ਸਕੇ ਕਿਉਂਕਿ ਉਹਨਾਂ ਦਾ ਹੈਲੀਕਾਪਟਰ ਉੱਡ ਨਹੀਂ ਸਕਿਆ, ਜਾ ਨਹੀਂ ਸਕਿਆ। ਤਾਂ ਉੱਥੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਸਾਰੀ ਜਦੋਂ ਗੱਲ ਸੰਭਾਲੀ, ਤਾਂ ਉਹ ਸਾਰੀ ਗੱਲ ਜਿਹੜੀ ਹੈ ਉਹ ਰਾਹੁਲ ਗਾਂਧੀ ਹੋਣਾ ਨੂੰ ਸੰਬੋਧਨ ਹੋ ਕੇ ਹੀ ਕਰ ਰਿਹਾ ਸੀ, ਤੇ ਰਾਹੁਲ ਗਾਂਧੀ ਉਹਨਾਂ ਨੂੰ ਕਹਿ ਰਿਹਾ ਸੀ ਕਿ ਉਹ ਸਾਨੂੰ ਇਹ ਕਹਿ ਰਿਹਾ, ਉਹ ਉਹਨਾਂ ਦੇ ਕਹਿਣ ਤੇ ਅਸੀਂ ਇਹ ਸਾਰਾ ਕੁਝ ਕਰਾਂਗੇ ਪੰਜਾਬ 'ਚ, ਜੋ ਵੀ ਉਹ ਸੁਧਾਰ ਕਰਨਾ ਚਾਹੁੰਦੇ ਆ ਜਾਂ ਜੋ ਵੀ ਉਹਨਾਂ ਦਾ ਮਾਡਲ ਹੈਗਾ, ਪੰਜਾਬ ਮਾਡਲ ਜਿਹਨੂੰ ਉਹ ਕਹਿੰਦੇ ਆ। ਤਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਕਿਤੇ ਨਵੇਂ ਸਿਰੇ ਤੋਂ ਨਵੇਂ ਸਮੀਕਰਨ ਤਾਂ ਨਹੀਂ ਵਿਦਿਨ ਕਾਂਗਰਸ ਬਣ ਰਿਹਾ? ਨਹੀਂ, ਉਹ ਤੁਹਾਡੀ ਗੱਲ ਸਹੀ ਹੈ ਕਿ ਨਵਜੋਤ ਸਿੱਧੂ ਹੋਣੀ ਜਦੋਂ ਪ੍ਰਿਯੰਕਾ ਗਾਂਧੀ ਨੇ ਧੂਰੀ ਦੇ ਵਿੱਚ ਰੈਲੀ ਸੰਬੋਧਨ ਕੀਤਾ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ। ਹਾਲਾਂਕਿ ਉਹਨਾਂ ਦਾ ਨਾਂ ਜਿਹੜਾ ਐਲਾਨਿਆ ਗਿਆ ਸੀ ਕਿ ਉਹ ਸੰਬੋਧਨ ਕਰਨਗੇ, ਪਰ ਉਹਨਾਂ ਨੇ ਮਨਾ ਕਰ ਦਿੱਤਾ। ਕਾਰਨ ਕੀ ਰਹੇ ਹੋਣਗੇ? ਸਾਰੇ ਲੋਕਾਂ ਦਾ ਗੈਸ ਤਾਂ ਇਹੀ ਹੈ ਕਿ ਜਿਵੇਂ ਉਹਨਾਂ ਨੂੰ ਚੀਫ ਮਿਨਿਸਟਰ ਦਾ ਜਿਹੜਾ ਚਿਹਰਾ ਨਹੀਂ ਐਲਾਨਿਆ ਗਿਆ, ਉਸ ਤੋਂ ਬਾਅਦ ਉਹ ਨਾਰਾਜ਼ ਚੱਲ ਰਹੇ ਨੇ। ਨਾਰਾਜ਼ਗੀ ਜਿਹੜੀ ਕੁਦਰਤੀ ਵੀ ਹੈ, ਪਰ ਦੂਜੀ ਗੱਲ ਇਹ ਵੀ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਜਦੋਂ ਹੁਸ਼ਿਆਰਪੁਰ ਦੇ ਵਿੱਚ ਆਏ ਅੱਜ,
ਜਿਹੜਾ ਅੱਜ ਦੀ ਰੈਲੀਆਂ ਸੀ ਉਸ ਦੇ ਵਿੱਚ ਉਹਨਾਂ ਨੂੰ ਸੰਬੋਧਨ ਵੀ ਕੀਤਾ ਤੇ ਆਪਣੀ ਗੱਲ ਵੀ ਉਹਨਾਂ ਨੇ ਧੜੱਲੇ ਨਾਲ ਰੱਖੀ ਹੈ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਜਿਹੜੀਆਂ ਸਾਰੀਆਂ ਚੇਅਰਮੈਨੀਆਂ ਹੈ ਅਲੱਗ-ਅਲੱਗ ਮਹਿਕਮਿਆਂ ਦੀਆਂ ਉਹ ਪਾਰਟੀ ਦੇ ਵਰਕਰਾਂ ਨੂੰ ਮਿਲਣੀਆਂ ਚਾਹੀਦੀਆਂ, ਨਾ ਕਿ ਜਿਹੜੇ ਐਮਐਲਏ ਉਹਨਾਂ ਦੇ ਪੁੱਤਰਾਂ ਧੀਆਂ ਨੂੰ। ਸੋ ਦੂਜੀ ਗੱਲ ਉਹਨਾਂ ਨੇ ਪੰਚਾਇਤੀ ਰਾਜ ਵਾਲੀ ਗੱਲ ਕੀਤੀ ਹੈ, ਜਿਹੜੇ 40 ਡਿਪਾਰਟਮੈਂਟ ਹੈ ਉਹ ਕਿਵੇਂ ਉਹਨਾਂ ਦਾ ਜਿਹੜੀਆਂ ਸਰਵਿਸਿਜ਼ ਆ ਈ ਸਰਵਿਸਿਜ਼ ਦੇ ਕੇ ਜਿਹੜੇ ਜਿਵੇਂ ਰਾਜੀਵ ਗਾਂਧੀ ਹੁਣਾਂ ਦਾ ਸੁਪਨਾ ਜਿਹੜਾ ਹੈਗਾ ਪੰਚਾਇਤੀ ਰਾਜ ਨੂੰ ਜਿਹੜਾ ਮਜ਼ਬੂਤ ਕਰਨ ਦਾ, ਸੋ ਉਹਦੀ ਵੀ ਗੱਲ ਉਹਨਾਂ ਨੇ ਕਹੀ ਹੈ। ਪਰ ਮੈਂ ਇਹਦੇ ਵਿੱਚ ਇੱਕ ਗੱਲ ਜੋੜਨਾ ਚਾਹੂੰਗਾ ਕਿ ਨਵਜੋਤ ਸਿੰਘ ਸਿੱਧੂ ਹੋਣੀ ਰਵਾਇਤੀ ਜਿਹੜੇ ਪੋਲੀਟੀਸ਼ੀਅਨ ਜਿਹੇ ਜਿਹੇ ਹੁੰਦੇ ਆ ਉਹੋ ਜਿਹੇ ਨਹੀਂ ਹੈ। ਆਮ ਤੌਰ ਦੇ ਉੱਤੇ ਜਿਹੜੇ ਪੋਲੀਟੀਸ਼ੀਅਨ ਹੈ ਜੋ ਉਹਨਾਂ ਦੇ ਦਿਲ 'ਚ ਹੁੰਦਾ ਉਹ ਜ਼ੁਬਾਨ ਤੇ ਨਹੀਂ ਆਉਂਦਾ। ਬਹੁਤ ਸਾਰੀਆਂ ਅਸੀਂ ਦੇਖਦੇ ਹਾਂ ਕਿ ਅੰਦਰ ਹੁਣ ਜਾਖੜ ਉਹਨਾਂ ਦੀ ਗੱਲ ਦੇਖ ਲਓ, ਕਿੰਨੇ ਦਿਨ ਉਹਨਾਂ ਨੂੰ ਹਟਾਇਆ ਗਿਆ ਸੀ, ਉਹ ਕਿੰਨੇ ਦਿਨ ਬੋਲੇ ਨਹੀਂ, ਹੁਣ ਆ ਕੇ ਬੋਲੇ ਆ। ਪਰ ਨਵਜੋਤ ਸਿੰਘ ਸਿੱਧੂ ਹੋਣਾ ਦੀ ਇਹ ਕਮਜ਼ੋਰੀ ਵੀ ਕਹਿ ਸਕਦੇ ਆ, ਪਰ ਉਹਨਾਂ ਦੀ ਇਹ ਤਾਕਤ ਵੀ ਹੈ। ਤਾਕਤ ਇਹ ਹੈ ਕਿ ਜਦੋਂ ਬੰਦੇ ਲੋਕ ਦੇਖਦੇ ਆ ਕਿ ਜਿਹੜੇ ਦੋਹਰੇ ਕਰੈਕਟਰ ਵਾਲੇ ਬੰਦੇ ਆ ਆਲੇ ਦੁਆਲੇ ਪੋਲੀਟੀਸ਼ੀਅਨ ਹੈ, ਕਹਿੰਦੇ ਕੁਝ ਹੋਰ ਹੈ ਕਰਦੇ ਕੁਝ ਹੋਰ ਹੈ, ਜਦੋਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਲੋਕ ਉਹਨਾਂ ਨੂੰ ਰੱਖ ਕੇ ਦੇਖਦੇ ਆ ਤਾਂ ਉਹਨਾਂ ਦੀ ਇੱਕ ਤਾਕਤ ਵੀ ਬਣ ਜਾਂਦੀ ਹੈ। ਕਮਜ਼ੋਰੀ ਵੀ ਹੈ ਪਰ ਤਾਕਤ ਵੀ ਬਣ ਜਾਂਦੀ ਹੈ। ਤਾਕਤ ਇਸ ਤਰ੍ਹਾਂ ਬਣ ਜਾਂਦੀ ਹੈ, ਉਹ ਕਹਿੰਦੇ ਕਿ ਨਾਰਾਜ਼ਗੀ ਹੈ ਤਾਂ ਉਹ ਪ੍ਰਗਟ ਕਰ ਰਹੇ ਹੈ। ਅਗਰ ਮੈਨੂੰ ਨਹੀਂ ਤੁਸੀਂ ਬਣਾਉਣਾ ਚੀਫ ਮਿਨਿਸਟਰ ਤਾਂ ਮੈਨੂੰ ਇਹ ਦੱਸੋ ਕਿ ਇੰਪਲੀਮੈਂਟ ਕੌਣ ਕਰੂਗਾ, ਜਿਹੜੇ ਪੁਆਇੰਟ ਬਿਲਡ ਕਰ ਰਹੇ ਆ, ਜਿਹੜਾ ਏਜੰਡਾ ਦੇ ਰਹੇ ਆ। ਏਜੰਡਾ ਹਾਲੇ ਕਿ ਪਾਰਟੀ ਨੇ ਅਡਾਪਟ ਨਹੀਂ ਕੀਤਾ, ਆਫੀਸ਼ੀਅਲੀ ਕਰ ਵੀ ਲਿਆ, ਅਨਾਉਂਸ ਤਾਂ ਕਰ ਦਿੱਤਾ ਹੋਇਆ ਰਾਹੁਲ ਗਾਂਧੀ ਹੁਣਾਂ ਨੇ ਕਿ ਉਹਨਾਂ ਦਾ ਏਜੰਡਾ ਜਿਹੜਾ ਹੈ ਉਹ ਅਸੀਂ ਲੈ ਕੇ ਚੱਲਾਂਗੇ। ਤੇ ਪਰ ਉਹ ਏਜੰਡਾ ਹੁਣ ਕਿੰਨਾ ਕੁ ਲਾਗੂ ਹੁੰਦਾ ਇਹ ਤਾਂ ਜਿਹੜਾ ਇਲੈਕਸ਼ਨ ਜਸਪਾਲ ਜੀ ਏਜੰਡਾ ਲਾਗੂ ਹੋਣ ਦੀ ਗੱਲ ਤਾਂ ਉਦੋਂ ਆਏਗੀ ਨਾ ਜਦੋਂ ਪਾਰਟੀ ਸੱਤਾ 'ਚ ਆਏਗੀ। ਅਜੇ ਤਾਂ ਇਹ ਨਹੀਂ ਪਤਾ ਕਿ ਪਾਰਟੀ ਨੇ ਸੱਤਾ 'ਚ ਆਉਣਾ ਕਿ ਨਹੀਂ ਆਉਣਾ, ਜਾਂ ਕਿਸ ਪਾਰਟੀ ਆਉਣ ਤੋਂ ਬਾਅਦ ਵੀ ਕਿਹੜੇ ਐਮਐਲਏ ਬਣ ਕੇ ਆਉਂਦੇ ਆ, ਕਿਹੜੇ ਐਮਐਲਏ। ਹੁਣ ਚੀਫ ਮਿਨਿਸਟਰ ਤਾਂ ਤੁਸੀਂ ਐਲਾਨ ਵੀ ਕਰ ਦਿੱਤਾ, ਮੰਨ ਲਓ ਕਿ ਸਾਰੀਆਂ ਪਾਰਟੀਆਂ ਨੇ ਤਕਰੀਬਨ ਵੈਸੇ ਤਾਂ ਜਸਪਾਲ ਜੀ ਚੀਫ ਮਿਨਿਸਟਰ ਦਾ ਐਲਾਨ ਵੀ ਕਰਨਾ ਬਣਦਾ ਨਹੀਂ, ਕਿਉਂਕਿ ਸਾਡੇ ਕਿਹੜਾ ਇੱਥੇ ਪ੍ਰਧਾਨਗੀ ਤਰਜ ਦੀ ਜਿਹੜੀ ਹੈ ਪ੍ਰਣਾਲੀ ਲਾਗੂ ਹੈ। ਇੱਥੇ ਤਾਂ ਲੋਕਾਂ ਨੇ ਐਮਐਲਏ ਚੁਣਨਾ ਹੈ ਨਾ, ਲੋਕਾਂ ਦਾ ਐਮਐਲਏ ਚੁਣਨਾ, ਲੋਕਾਂ ਨੇ ਸੀਐਮ ਨਹੀਂ ਚੁਣਨਾ। ਜੇ ਚੰਨੀ ਨੂੰ ਵੀ ਚੁਣਨਾ, ਚਾਹੇ ਭਦੌੜ ਵਾਲੇ ਚੁਣਨ, ਚਾਹੇ ਚਮਕੌਰ ਸਾਹਿਬ ਵਾਲੇ ਚੁਣਨ, ਉਹਨਾਂ ਨੇ ਉਹਨਾਂ ਨੂੰ ਐਮਐਲਏ ਚੁਣ ਕੇ ਉੱਥੇ ਭੇਜਣਾ। ਜਿਹੜੀ ਵੀ ਪਾਰਟੀ ਜਿੱਤੂਗੀ ਉਹਦੇ ਜਿੱਤੇ ਹੋਏ ਐਮਐਲਏ ਹੀ ਡਿਸਾਈਡ ਕਰਨਗੇ ਕਿ ਜਿਹੜਾ ਚੀਫ ਮਿਨਿਸਟਰ ਪ੍ਰਧਾਨ ਜਿਹੜਾ ਸਾਡਾ ਉਹ ਇਹੀ ਗੱਲ ਕਹਿੰਦਾ। ਇਹ ਤਾਂ ਹੁਣ ਇਹ ਪਿਛਲੇ ਸਮੇਂ 'ਚ ਜਦੋਂ ਖਾਸ ਕਰਕੇ ਬਾਜ਼ਾਰ ਦਾ ਜ਼ਿਆਦਾ ਅਸਰ ਹੋਇਆ ਰਾਜਨੀਤੀ ਤੇ, ਜਾਂ ਵਪਾਰੀਕਰਨ ਜ਼ਿਆਦਾ ਹੋਇਆ ਰਾਜਨੀਤੀ ਦਾ, ਉਸ ਤੋਂ ਬਾਅਦ ਇਹ ਚੀਜ਼ਾਂ ਸਾਹਮਣੇ ਆਉਣ ਲੱਗੀਆਂ। ਸੋ ਜਿਹੜੀ ਏਜੰਡੇ ਦੀ ਤੁਸੀਂ ਗੱਲ ਕੀਤੀ ਹੈ ਉਹ ਤਾਂ ਇਹਦੇ ਤੇ ਨਿਰਭਰ ਕਰੂਗਾ ਕਿ ਜਿਹੜੇ ਅਗਰ ਕਾਂਗਰਸ ਦੀ ਸਰਕਾਰ ਬਣਦੀ ਹੈ, ਚੀਫ ਮਿਨਿਸਟਰ ਕੋਈ ਵੀ ਬਣ ਜੇ, ਜਿਹੜਾ ਏਜੰਡਾ ਪਾਰਟੀ ਦੇ ਪ੍ਰਧਾਨ ਦੀ ਬਹੁਤ ਵੱਡੀ ਹੈਸੀਅਤ ਹੁੰਦੀ ਹੈ, ਪਾਰਟੀ ਦੇ ਪ੍ਰਧਾਨ ਕੋਲ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਜੇ ਉਹਦੇ ਵਿੱਚ ਜੁਰਤ ਹੋਵੇ, ਸਟਰੋਂਗ ਹੋਵੇ। ਕਿਉਂਕਿ ਜੇ ਦੂਸਰੀ ਗੱਲ ਹੈ ਹਾਈ ਕਮਾਂਡ ਜੇਕਰ ਚਾਹੂਗੀ ਕਿ ਏਜੰਡਾ ਲਾਗੂ ਹੋਣਾ ਚਾਹੀਦਾ ਜਾਂ ਜਿਹੜਾ ਮਾਫੀਆ ਰਾਜ ਹੈ ਉਹ ਖਤਮ ਹੋਣਾ ਚਾਹੀਦਾ, ਤਾਂ ਕਿਉਂ ਨਹੀਂ ਕੋਈ ਵੀ ਚੀਫ ਮਿਨਿਸਟਰ ਬਣੂਗਾ ਤੇ ਉਹ ਸਰਵਾਈਵ ਨਹੀਂ ਕਰ ਸਕੂਗਾ ਜੇ ਨਾ ਕਰੂਗਾ। ਕਿਉਂਕਿ ਕੀਤੇ ਹੋਏ ਵਾਅਦੇ ਜੇ ਤੁਸੀਂ ਪੂਰੇ ਨਹੀਂ ਕਰਦੇ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਐਗਜ਼ਾਮਪਲ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਇੰਨੇ ਕੱਦ ਤੋਂ ਐਡੇ ਵੱਡੇ ਰੁਤਬੇ ਤੋਂ ਉਹ ਕਿੱਥੇ ਆ ਕੇ ਡਿੱਗ ਗਏ। ਉਹ ਵੀ ਉਸ ਉਮਰ ਦੇ ਪੜਾਅ ਦੇ ਉੱਤੇ ਜਦੋਂ ਕਿ ਉਹਨਾਂ ਨੂੰ ਹੁਣ ਬੜੇ ਸਨਮਾਨ, ਹਿਸਟਰੀ ਦੇ ਵਿੱਚ ਨਾ ਜਾਣਾ ਸੀ ਉਹਨਾਂ ਦਾ, ਮਤਲਬ ਪਿਛਲੇ ਪੰਜਾਬ ਦੀ ਜਿਹੜੀ ਹਿਸਟਰੀ ਹੈ, ਪੋਲੀਟੀਕਲ ਹਿਸਟਰੀ ਹੈ, ਉਹਦੇ ਵਿੱਚ ਇੱਕ ਬਹੁਤ ਵੱਡੀ ਹਸਤੀ ਦੇ ਤੌਰ ਦੇ ਉੱਤੇ ਨਾਂ ਉਹਨਾਂ ਦਾ ਦਰਜ ਹੋ ਚੁੱਕਿਆ ਸੀ ਪਹਿਲਾਂ ਹੀ, ਆਪਣੀ ਕਾਬਲੀਅਤ ਕਰਕੇ ਜੋ ਉਹਨਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਕੀਤਾ। ਔਗਣ ਆਪਣੀ ਜਗ੍ਹਾ, ਪਰ ਜੋ ਉਹਨਾਂ ਨੇ ਕੀਤਾ ਉਹਦੇ ਕਰਕੇ ਜੋ ਉਹਨਾਂ ਨੇ ਸਟੈਂਡ ਪਿਛਲੇ ਸਮੇਂ 'ਚ ਲਏ ਆ ਪਾਣੀਆਂ ਦੇ ਉੱਤੇ, ਜਾਂ ਜਿਹੜੇ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਸੀ ਜਦੋਂ, ਉਦੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ, ਉਹਨਾਂ ਦੀ ਹਸਤੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਬਣ ਗਈ ਸੀ। ਪਰ ਉਹਨਾਂ ਨੇ ਰੋਲ ਲਈ, ਰੋਲੀ ਕਿਸ ਗੱਲ ਦੇ ਉੱਤੇ ਹੈ ਕਿ ਕੋਈ ਬੰਦਾ ਜਾਂ ਕੁਝ, ਸਿੱਧੂ ਹੋਣਾ ਨੇ ਗੱਲ ਸ਼ੁਰੂ ਕੀਤੀ ਸੀ ਨਾ, ਦੇਖੋ ਟ੍ਰਿਗਿੰਗ ਪੁਆਇੰਟ ਹੁੰਦਾ ਕਿਸੇ ਵੀ ਚੀਜ਼ ਦਾ, ਜੇ ਸਾਰੇ ਚੁੱਪ ਕਰ ਜਾਣ ਤਾਂ ਕੋਈ ਵੀ ਬੰਦਾ ਜਿਹੜਾ ਲੀਡਰ ਹੈ ਉਹ ਆਪਣੀ ਗੱਲ ਜਿਵੇਂ ਮਰਜ਼ੀ ਕਰ ਸਕਦਾ। ਪਰ ਜੇ ਉਹਨੂੰ ਚੁਣੌਤੀ ਮਿਲਣੀ ਸ਼ੁਰੂ ਹੋ ਜੇ, ਤਾਂ ਜੇ ਚੁਣੌਤੀ ਵੀ ਕਿਸੇ ਲੌਜਿਕ ਤੇ ਖੜੀ ਹੋਵੇ, ਕਿਸੇ ਉਹਦੇ ਤੇ ਖੜੀ ਹੋਵੇ ਜਿਹੜੀ ਲੋਕਾਂ ਦੀਆਂ ਜ਼ਰੂਰਤਾਂ ਨਾਲ ਜੁੜੀ ਹੋਈ ਹੈ, ਤਾਂ ਉਹਨੂੰ ਫਿਰ ਇਗਨੋਰ ਕਰਨਾ ਮੁਸ਼ਕਲ ਹੋ ਜਾਂਦਾ। ਤੋਂ ਜਿਹੜੀ ਸਰਕਾਰ ਬਣੂਗੀ ਕੋਈ ਵੀ ਜਿਹੜੀ ਹੈ, ਸਿੱਧੂ ਫੈਕਟਰ ਨੂੰ ਮੇਰੇ ਹਿਸਾਬ ਨਾਲ ਪੰਜਾਬ ਦੀ ਸਿਆਸਤ ਤੋਂ ਤੁਸੀਂ ਪਾਸੇ ਕਰਕੇ ਨਹੀਂ ਦੇਖ ਸਕਦੇ। ਬਿਲਕੁਲ ਠੀਕ ਹੈ ਕਿ ਜਿਹੜੀ ਵੀ ਸਰਕਾਰ ਬਣੇ, ਬੇਸ਼ੱਕ ਕਾਂਗਰਸ ਦੀ ਬਣੇ ਜਾਂ ਦੂਜੀ ਵੀ, ਪਰ ਜੋ ਸਿੱਧੂ ਹੋਣੀ ਮੁੱਦੇ ਉਠਾ ਰਹੇ ਪੰਜਾਬ ਦੇ, ਉਹਨਾਂ ਤੋਂ ਮੂੰਹ ਮੋੜਨਾ ਬੜਾ ਔਖਾ ਹੋਏਗਾ। ਬਿਲਕੁਲ ਠੀਕ ਕਿਹਾ ਤੁਸੀਂ। ਉਦੋਂ ਤੱਕ ਹੀ ਹੈ ਸਿੱਧੂ ਹੋਣਾ ਦੀ ਜਿਹੜੀ ਇਹ ਖਾਸੀਅਤ ਹੈ, ਜਦੋਂ ਤੱਕ ਉਹ ਮੁੱਦਿਆਂ ਤੇ ਪਹਿਰਾ ਦੇ ਰਹੇ। ਜੇ ਕੱਲ ਨੂੰ ਮੰਨ ਲਓ ਉਹ ਵੀ ਚੁੱਪ ਕਰਕੇ ਆਮ ਸਿਆਸਤਦਾਨਾਂ ਵਾਂਗੂ
ਜਿਹੜਾ ਬੁੱਕਲ 'ਚ ਜਿਵੇਂ ਕਹਿੰਦੇ ਗੁੜ ਘੋਰਨ ਵਾਲੀ ਜਿਹੜੀ ਹੁੰਦੀ ਹੈ ਭੇਲੀ ਨੂੰ, ਜੇ ਉਸ ਪਾਸੇ ਤੁਰ ਪੈਂਦੇ ਆ ਤਾਂ ਸਿੱਧੂ ਹੁਣੀ ਵੀ ਇਹਦੇ ਵਿੱਚ ਬੜੇ ਬੜੇ ਸਿਆਸਤਦਾਨ ਉਹ ਆਪਣਾ ਪੈਸਾ ਬਣਾ ਲੈਂਦੇ ਆ, ਸਾਰਾ ਕੁਝ ਬਣਾ ਲੈਂਦੇ ਆ, ਪਰ ਕਿਤੇ ਵੀ ਉਹਨਾਂ ਦਾ ਨਾਂ ਨਹੀਂ ਹੁੰਦਾ ਜਦੋਂ ਚਲੇ ਜਾਂਦੇ ਆ। ਪਰ ਇਹਦੇ ਨਾਲ ਜਸਪਾਲ ਜੀ ਇੱਕ ਹੋਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਲੋਕ ਰਵਾਇਤੀ ਪਾਰਟੀਆਂ ਤੋਂ ਬਹੁਤ ਅੱਕੇ ਹੋਏ ਆ, ਦੁਖੀ ਨੇ, ਤਾਂ ਉਹ ਇਹ ਬਦਲਾਅ ਚਾਹੁੰਦੇ ਆ ਪੰਜਾਬ 'ਚ। ਤਾਂ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਲੈ ਵੀ ਬਦਲਾਅ ਜਿਹੜਾ, ਇੱਕ ਤਾਂ ਬਦਲਾਅ ਦੀ ਜਿਹੜੀਆਂ 3-4 ਸੀਗੀਆਂ ਜਿਹੜੀਆਂ ਧਿਰਾਂ ਸੀਗੀਆਂ। ਇੱਕ ਤਾਂ ਇਹ ਸੀਗਾ ਕਿ ਜੇ ਨਵਜੋਤ ਸਿੰਘ ਸਿੱਧੂ ਹੋਣੀ ਜਿਸ ਤਰ੍ਹਾਂ ਉਹਨਾਂ ਨੂੰ ਸੀਐਮ ਦੇ ਚਿਹਰੇ ਲਈ ਉਹ ਬਾਰ-ਬਾਰ ਕਹਿ ਰਹੇ ਸੀ ਕਿ ਮੇਰੇ ਕੋਲ ਪਾਵਰ ਹੋਵੇ, ਇੱਕ ਤਾਂ ਲੋਕ ਉਹਨਾਂ ਵੱਲ ਦੇਖਦੇ ਸੀ ਕਿ ਜੇ ਉਹ ਅੱਗੇ ਲੱਗਦੇ ਆ ਤਾਂ ਉਹ ਬਦਲਾਅ ਦੀ ਜਿਹੜੀ ਰਾਜਨੀਤੀ ਹੈ ਤੇ ਜਿਹੜੀ ਬਦਲਾਅ ਦੀ ਵੋਟ ਸੀ ਉਹ ਹੋ ਸਕਦਾ ਹੈ ਕਿ ਉਹ ਕਾਫੀ ਹੱਦ ਤੱਕ ਇਹਨਾਂ ਨੂੰ ਸਪੋਰਟ ਕਰ ਜਾਂਦੀ। ਦੂਸਰਾ ਲੋਕ ਦੇਖਦੇ ਸੀਗੇ ਸੰਯੁਕਤ ਸਮਾਜ ਮੋਰਚਾ, ਕਿ ਉਹ ਵੀ ਜਿਹੜਾ ਇੱਕ ਬਦਲਾਅ ਦੀ ਰਾਜਨੀਤੀ ਜਿਹੜੀ ਰਵਾਇਤੀ ਪਾਰਟੀਆਂ ਤੋਂ ਵੱਖਰੀ ਹੈ, ਨਵੀਂ ਪਾਰਟੀ ਬਣੀ ਹੈ ਤੇ ਉਹ ਤਾਜ਼ਾ ਉਹਨਾਂ ਨੇ ਕਿਸਾਨ ਅੰਦੋਲਨ 'ਚ ਜਿੱਤ ਹਾਸਲ ਕੀਤੀ ਹੈ ਕਿ ਉਹ ਪੰਜਾਬ ਦੇ ਲਈ ਕੋਈ ਚੰਗਾ ਸੋਚ ਸਕਦੇ ਆ, ਰਵਾਇਤੀ ਪਾਰਟੀਆਂ ਤੋਂ ਵੱਖਰਾ ਸੋਚ ਸਕਦੇ ਆ। ਤਾਂ ਇਸ ਤਰ੍ਹਾਂ ਜਿਹੜੀ ਆਮ ਆਦਮੀ ਪਾਰਟੀ ਹੈ। ਪਰ ਹੁਣ ਜਿਹੜੀ ਸਥਿਤੀ ਬਣੀ, ਜਿਸ ਤਰ੍ਹਾਂ ਦੀ ਸੰਯੁਕਤ ਸਮਾਜ ਮੋਰਚੇ ਦੀ ਸਥਿਤੀ ਬਣ ਗਈ ਆਪਣੀਆਂ ਉਹਨਾਂ ਦੀਆਂ ਅੰਦਰੂਨੀ ਵਿਰੋਧਤਾਈਆਂ ਕਰਕੇ, ਔਰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਹੋਣੀ ਜਿਸ ਤਰ੍ਹਾਂ ਚਿਹਰਾ ਨਹੀਂ ਬਣ ਸਕੇ, ਤਾਂ ਉਹ ਜਿਹੜੀ ਸਾਰੀ ਵੋਟ ਹੈ ਬਦਲਾਅ ਦੀ, ਉਹਨੂੰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜੇ ਬਦਲਾਅ ਅਸੀਂ ਚਾਹਣਾ ਤੇ ਉਹ ਸਾਰੀ ਇੱਧਰ ਨੂੰ ਹੀ ਟਿਲਟ ਹੋ ਰਹੀ ਹੈ, ਆਮ ਆਦਮੀ ਪਾਰਟੀ ਵੱਲ। ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਸਮਝ ਰਹੇ ਹੋ? ਇਹ ਠੀਕ ਹੈ, ਤੁਹਾਡੀ ਗੱਲ ਹੈ ਕਿ ਬਦਲਾਅ ਤਾਂ ਦੇਖੋ ਹੁਣ ਦੀ ਗੱਲ ਨਹੀਂ ਹੈ, ਪਿਛਲੇ ਤਕਰੀਬਨ 8-10 ਸਾਲ ਤੋਂ ਇਹ ਬਦਲਾਅ ਦੀ ਜਿਹੜੀ ਪੋਸੀਬਿਲਿਟੀ ਹੈ ਉਦੋਂ ਹੀ ਬਣਨੀ ਸ਼ੁਰੂ ਹੋ ਗਈ ਸੀ ਕਿ ਜਦੋਂ ਸੁਖਬੀਰ ਸਿੰਘ ਬਾਦਲ ਹੋਣਾ ਦਾ ਮਾਡਲ ਹੈ ਜਿਹੜਾ ਸਿਆਸਤ ਦਾ, ਜਦੋਂ ਉਹ ਭਾਰੂ ਹੋਣਾ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਤੇ ਅਕਾਲੀ ਦਲ ਦੇ ਵਿੱਚ, ਉਦੋਂ ਹੀ ਇਹ ਬਦਲਾਅ ਜਿਹੜਾ ਇਹਦੀ ਜ਼ਰੂਰਤ ਹੈ ਲੋਕਾਂ ਨੂੰ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ। ਕਿਉਂਕਿ ਹੋਣਾ ਕੀ, ਜਿਹੜਾ ਹੁਣ ਜਿਹੜੀ ਗੱਲ ਅਸੀਂ ਸਿੱਧੂ ਹੋਣਾ ਦੀ ਵੀ ਗੱਲ ਕਰਦੇ ਹਾਂ ਜਾਂ ਕਿਸੇ ਦੀ ਵੀ ਗੱਲ ਕਰਦੇ ਹਾਂ, ਜਿਹੜੇ ਮੁੱਦੇ ਬੁਨਿਆਦੀ ਪੰਜਾਬ ਦੇ ਕੀ ਹੈ, ਮੁੱਦੇ ਤਾਂ ਉਹੀ ਹੈ ਕਿ ਜਿਹੜੇ ਹਾਲਾਂਕਿ ਉਹ ਬੜੇ ਧੜੱਲੇ ਨਾਲ ਕਹਿੰਦੇ ਆ ਸੁਖਬੀਰ ਹੋਣੀ ਕਿ ਕੋਈ ਵੀ ਉਹ ਇਲੀਗਲ ਕੰਮ ਨਹੀਂ ਕਰਦੇ, ਉਹ ਆਪਣੀ ਜਗ੍ਹਾ ਸਹੀ ਹੈ, ਉਹਨਾਂ ਦਾ ਇਲੀਗਲ ਕੰਮ ਨਹੀਂ ਹੈ ਜੋ ਕਰ ਰਹੇ। ਉਹ ਕਹਿੰਦੇ ਮੈਂ ਟੈਕਸ ਭਰਦਾ, ਮੈਂ ਆਪਣੇ ਜਿਹੜੇ ਬਿਜ਼ਨਸ ਕਰਦਾ, ਪਰ ਉਹ ਜਿਹੜੀ ਗੱਲ ਨੂੰ ਭੁੱਲ ਜਾਂਦੇ ਆ ਵੀ ਜਦੋਂ ਸਿਆਸਤਦਾਨ ਹੈ ਜਿਹੜਾ, ਉਹ ਆਪ ਹੀ ਉਹ ਬਿਜ਼ਨਸ ਕਰੂਗਾ ਜਿਹੜਾ ਕਿ ਸਟੇਟ ਵੀ ਬਿਜ਼ਨਸ ਉਸ ਬਿਜ਼ਨਸ 'ਚ ਹੈ, ਤਾਂ ਸਟੇਟ ਦਾ ਜਿਹੜਾ ਬਿਜ਼ਨਸ ਹੈ ਉਹ ਕਿਵੇਂ ਚੱਲ ਸਕੂਗਾ? ਕਿ ਮੰਨ ਲਓ ਉਸੇ ਸਿਆਸਤਦਾਨ ਨੇ ਟਰਾਂਸਪੋਰਟ ਮਹਿਕਮੇ ਨੂੰ ਦੇਖਣਾ, ਉਹੀ ਕੰਟਰੋਲ ਉਹਦੇ ਕੋਲ ਹੈ, ਸੋ ਦੂਸਰੇ ਪਾਸੇ ਉਹਦੀ ਟਰਾਂਸਪੋਰਟ ਸਰਨਾ ਜਿਹੜੀ ਵੱਡੀ ਕੰਪਨੀ ਉਹਦੀ ਆਪਣੀ ਹੋਵੇ, ਤਾਂ ਉਹ ਆਪਣੀ ਟਰਾਂਸਪੋਰਟ ਕੰਪਨੀ ਨੂੰ ਫਾਇਦਾ ਪਹੁੰਚਾਊਗਾ, ਤਾਂ ਕੁਦਰਤੀ ਗੱਲ ਹੈ। ਤਾਂ ਜਿਹੜੀ ਸਟੇਟ ਦੀ ਟਰਾਂਸਪੋਰਟ ਹੈ, ਅਸੀਂ ਹਰਿਆਣੇ 'ਚ ਦੇਖੀਏ ਉੱਥੇ ਜਿਹੜਾ ਟਰਾਂਸਪੋਰਟ ਹੈ, ਹਿੱਤਾਂ ਦਾ ਟਕਰਾਅ ਵਾਲਾ ਮਾਮਲਾ ਆ ਜਾਂਦਾ। ਉਹ ਤਾਂ ਮੈਂ ਉਹੀ ਕਹਿ ਰਿਹਾ ਕਿ ਹਿਮਾਚਲ 'ਚ ਤੁਸੀਂ ਦੇਖ ਲਓ, ਹਰਿਆਣੇ 'ਚ ਦੇਖ ਲਓ, ਰਾਜਸਥਾਨ 'ਚ ਦੇਖ ਲਓ, ਜਿਹੜੀ ਸਟੇਟ ਟਰਾਂਸਪੋਰਟ ਹੈ ਬਾਕੀ ਸਟੇਟਾਂ ਦੇ ਵਿੱਚ ਵੀ ਬੜੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ, ਇੰਨੀ ਕੋਈ ਘਾਟੇ 'ਚ ਵੀ ਨਹੀਂ ਹੈ ਕਿਉਂਕਿ ਸਰਵਿਸ ਹੈ ਇਹ। ਪਰ ਜਦੋਂ ਕਿਉਂਕਿ ਜਿਹੜੇ ਪੋਲੀਟੀਸ਼ੀਅਨ ਹੈ ਆਪ ਉਸ ਬਿਜ਼ਨਸ 'ਚ ਆ ਜਾਂਦੇ ਆ, ਤਾਂ ਕੁਦਰਤੀ ਉਹਨਾਂ ਕੋਲ ਸੱਤਾ ਵੀ ਉਹਨਾਂ ਕੋਲ ਹੀ ਹੈ ਤੇ ਡਿਪਾਰਟਮੈਂਟ ਵੀ ਉਹਨਾਂ ਨੇ ਚਲਾਉਣੇ ਆ, ਆਪਣਾ ਬਿਜ਼ਨਸ ਵੀ ਹੈ, ਤੇ ਕੁਦਰਤੀ ਤੌਰ ਦੇ ਉੱਤੇ ਜਿਹੜਾ ਸਟੇਟ ਦਾ ਜਿਹੜਾ ਖਜ਼ਾਨਾ ਉਹ ਖਾਲੀ ਹੋਣਾ ਹੀ ਹੋਣਾ। ਬਾਕੀ ਜਿਹੜੇ ਕੇਬਲ ਤੋਂ ਲੈ ਕੇ ਹਰ ਚੀਜ਼ ਦੇ ਵਿੱਚ ਜਿਹੜੀ ਜੜ ਹੈ ਨਾ ਬਦਲਾਅ ਦੀ, ਉਹ ਇਹਦੇ 'ਚ ਪਈ ਹੋਈ ਹੈ। ਅੱਛਾ, ਇਹਦੀ 10 ਸਾਲ ਪਹਿਲਾਂ ਤੁਸੀਂ ਜੇ ਪਿੱਛੇ ਮੁੜ ਕੇ ਦੇਖੋਗੇ, ਬਦਲਾਅ ਦੀ ਜਿਹੜੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਉਦੋਂ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ। ਆਮ ਆਦਮੀ ਪਾਰਟੀ ਦਾ ਜਿਹੜਾ ਬਹਾਰ ਹੈ ਦਿੱਲੀ ਤੋਂ ਆ ਕੇ, ਬਹੁਤ ਸਾਰੇ ਲੋਕ ਕਹਿੰਦੇ ਆ ਕਿ ਅੰਨਾ ਹਜ਼ਾਰੇ ਮੂਵਮੈਂਟ ਹੈ, ਜੇ ਹੈ ਉਹ ਹੈ, ਉਹਦਾ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੇ ਵਿੱਚ। ਜਿਹੜਾ ਬਦਲਾਅ ਪੰਜਾਬ ਦੇ ਵਿੱਚ ਬਦਲਾਅ ਤਾਂ ਉਹਨਾਂ ਨੇ ਫਿਲ ਕਰ ਲਿਆ ਗੈਪ, ਕਿਉਂਕਿ ਉਹਨਾਂ ਨੇ ਜਿਹੜੀ ਜੋ ਰਿਸਰਚ ਹੁੰਦੀ ਰਹਿੰਦੀ ਹੈ, ਜਿੰਨੀਆਂ ਨੈਸ਼ਨਲ ਲੈਵਲ ਦੀਆਂ ਪੋਲੀਟੀਕਲ ਪਾਰਟੀਆਂ ਉਹ ਵੀ ਕਰਦੀਆਂ ਨੇ, ਹੋਰ ਜਿਨ੍ਹਾਂ ਦੇ ਆਪਣੇ ਸਟੇਟ ਵੀ ਆਪਣੇ ਲੈਵਲ ਦੇ ਉੱਤੇ ਏਜੰਸੀਆਂ, ਉਹ ਸਾਰੇ ਜਿਹੜਾ ਐਨਾਲਿਸਿਸ ਕਰਦੀਆਂ ਰਹਿੰਦੀਆਂ ਕਿ ਕਿਹੜੀ ਸਟੇਟ ਦੇ ਵਿੱਚ ਕੀ ਹੋ ਰਿਹਾ। ਸੋ ਜਦੋਂ ਬਦਲਾਅ ਦੀ ਵੈਕਿਊਮ ਅਕਾਲੀ ਦਲ ਰਾਹੀਂ ਪੈਦਾ ਹੋਣ ਦੀ ਪੋਸੀਬਿਲਿਟੀ ਬਣਨੀ ਸ਼ੁਰੂ ਹੋ ਗਈ ਸੀ, ਤਾਂ ਜਿਹੜੇ ਸਟੇਟ ਲੈਵਲ ਦੇ ਉੱਤੇ, ਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਪਲੇਅਰ ਹੈ, ਉਹਨਾਂ ਨੇ ਇਹ ਭਲੀ ਭਾਂਤ ਦੇਖ ਲਿਆ ਸੀ ਕਿ ਅਕਾਲੀ ਦਲ ਹੁਣ ਖਤਮ ਹੋਣ ਜਾ ਰਿਹਾ, ਤੇ ਸਾਨੂੰ ਇੱਕ ਹੋਰ ਪੋਲੀਟੀਕਲ ਪਾਰਟੀ, ਅਨਲੈਸ ਕਿ ਕੋਈ ਹੋਰ ਅਨਐਕਸਪੈਕਟਡ ਪੋਲੀਟੀਕਲ ਪਾਰਟੀ ਆ ਕੇ ਵੈਕਿਊਮ ਫਿਲ ਕਰ ਦੇ। ਸੋ ਆਮ ਆਦਮੀ ਪਾਰਟੀ ਵੀ ਉਹਦੇ ਚੋਂ ਨਿਕਲੀ ਹੋਈ, ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਹੈ, ਉਹਦਾ ਅੰਨਾ ਹਜ਼ਾਰੇ ਮੂਵਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪੰਜਾਬ 'ਚ ਜਦੋਂ MP ਜਿੱਤ ਕੇ ਗਏ ਸੀ, ਉਹ ਅੰਨਾ ਹਜ਼ਾਰੇ ਮੂਵਮੈਂਟ ਤਾਂ ਉਦੋਂ ਖਤਮ ਹੋ ਚੁੱਕੀ ਸੀ। ਸੋ ਬਦਲਾਅ ਦੀ ਜ਼ਰੂਰਤ ਆ ਪਿਛਲੇ 8-10 ਸਾਲ ਤੋਂ ਉਦੋਂ ਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ। ਦੇਖੋ 100 ਸਾਲ ਪੁਰਾਣੀ ਪਾਰਟੀ ਅਕਾਲੀ ਦਲ, ਹਿੰਦੁਸਤਾਨ ਦੀ ਸਿਆਸਤ ਜਦੋਂ ਤੋਂ ਸ਼ੁਰੂ ਹੋਈ ਹੈ, ਉਨੀ ਹੀ ਪੁਰਾਣੀ ਅਕਾਲੀ ਦਲ ਪਾਰਟੀ ਹੈ। ਜੇ ਉਹ ਹੁਣ ਸੀਨ ਤੋਂ ਲਾਂਭੇ ਹੁੰਦੀ ਹੈ ਜਾਂ ਉਹ ਪਿੱਛੇ ਹੌਲੀ ਹੌਲੀ ਖਿਸਕਦੀ ਹੋਈ ਸੀਨ ਤੋਂ ਲਾਂਭੇ ਜਾ ਰਹੀ ਹੈ,
ਉਹਦੀ ਜਗ੍ਹਾ ਤਾਂ ਕਿਸੇ ਨੇ ਲੈਣੀ ਹੈ ਨਾ ਜੀ। ਉਹਦੀ ਜਗ੍ਹਾ ਸਿਆਸੀ ਤੌਰ ਦੇ ਉੱਤੇ ਕੌਣ ਫਿਲ ਕਰੂਗਾ, ਇਹ ਉਦੋਂ ਤੋਂ ਲੈ ਕੇ ਜਿਹੜੀ ਹੁਣ ਸਾਰੀ ਸਿੱਧੂ ਹੋਣਾ ਦਾ ਫਨੋਮਨਾ ਸਾਰਾ ਕੁਝ ਰਲਾ ਮਿਲਾ ਕੇ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਖੜੀਆਂ ਹੋਈਆਂ ਪੰਜਾਬ ਦੇ ਸਾਹਮਣੇ, ਇਹਦਾ ਹੀ ਨਤੀਜਾ ਹੈ ਕਿ ਸਿੱਧੂ ਹੋਣਾ ਦਾ ਆਭਾਰ ਵੀ ਇਹਦੇ ਚ ਹੁੰਦਾ, ਆਮ ਆਦਮੀ ਪਾਰਟੀ ਦਾ ਆਭਾਰ ਵੀ, ਜਿਹੜੀ ਬਦਲਾਅ ਦੀ ਤੁਸੀਂ ਗੱਲ ਕਰਦੇ ਆ ਬਦਲਾਅ ਵੀ ਉਹਦੇ ਚੋਂ ਨਿਕਲ ਰਿਹਾ, ਕਿਉਂਕਿ ਐਕਸਟ੍ਰੀਮ ਦੇ ਉੱਤੇ ਚੀਜ਼ਾਂ ਨੂੰ ਜਦੋਂ ਤੁਸੀਂ ਲੈ ਜਾਂਦੇ ਆ ਤਾਂ ਸਿਸਟਮ ਨੇ ਬਦਲਣ ਲਈ ਉਹਨੂੰ ਬਦਲਣਾ ਹੀ ਪੈਂਦਾ, ਹੋਰ ਕੋਈ ਰਾਹ ਹੀ ਨਹੀਂ ਰਹਿੰਦਾ, ਨਹੀਂ ਤਾਂ ਸਿਸਟਮ ਫਿਰ ਬਿਲਕੁਲ ਕਲੈਪਸ ਕਰ ਜਾਊਗਾ। ਨਹੀਂ, ਪਰ ਇਹ ਤਾਂ ਜਸਪਾਲ ਜੀ ਇਹ ਹੈ, ਮੈਂ ਤਾਂ ਜਿਹੜੀ ਗੱਲ ਕਰ ਰਿਹਾ ਸੀਗਾ, ਮੇਰਾ ਸਵਾਲ ਇਹ ਸੀਗਾ ਕਿ ਉਹ ਸਾਰੀ ਵੋਟ ਜਿਹੜੀ ਆ ਹੁਣ ਬਦਲਾਅ ਵਾਲੀ, ਉਹ ਆਮ ਆਦਮੀ ਪਾਰਟੀ ਵੱਲ ਨੂੰ ਜਿਹੜੀ ਖਿਸਕ ਰਹੀ ਹੈ, ਉਧਰ ਨੂੰ ਉਹਦਾ ਝੁਕਾਅ ਜਿਹੜਾ ਵੱਧਦਾ ਜਾ ਰਿਹਾ, ਤੇ ਜਿਹੜੇ ਹੁਣ ਗੱਲਾਂ ਵੀ ਆ ਰਹੀਆਂ ਉੱਥੋਂ, ਮੈਂ ਤੁਹਾਡਾ ਪੁਆਇੰਟ ਸਮਝ ਗਿਆ, ਜੇ ਸਿੱਧੂ ਹੋਣਾ ਨੂੰ, ਹਾਂਜੀ, ਜਿਹੜੇ ਸਿੱਧੂ ਹੋਣਾ ਨੂੰ ਅਗਰ ਚੀਫ ਮਿਨਿਸਟਰ ਬਣਾਇਆ ਜਾਂਦਾ, ਇਹੀ ਤਾਂ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਦੋ ਵੱਡੇ ਸਵਾਲ ਸੀਗੇ ਕਿ ਕਿਹਨੂੰ ਫੇਸ ਬਣਾਇਆ ਜਾਵੇ। ਇੱਕ ਪਾਸੇ ਦਲਿਤ ਪੱਤਾ ਸੀ, ਦਲਿਤ ਪੱਤਾ ਕਿਉਂਕਿ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਦਲਿਤ ਪੱਤਾ ਤਾਂ ਬੀਜੇਪੀ ਨੇ ਖੇਡਿਆ ਸੀ, ਕਿਉਂਕਿ ਬੀਜੇਪੀ ਨੇ ਹਰਿਆਣੇ ਜੋ ਐਕਸਪੈਰੀਮੈਂਟ ਕੀਤਾ ਸੀ ਸੋਸ਼ਲ ਇੰਜੀਨੀਅਰਿੰਗ, ਜਿਹਨੂੰ ਉਹ ਆਪਣਾ ਨਾਂ ਦਿੰਦੇ ਆ ਅਮਿਤ ਸ਼ਾਹ ਹੋਣੀ ਜਾਂ ਉਹਨਾਂ ਦੇ ਜਿਹੜੇ ਪਿਛਲਗ ਹੈ, ਉਹ ਸੋਸ਼ਲ ਇੰਜੀਨੀਅਰਿੰਗ ਉਹ ਪੰਜਾਬ ਦੇ ਵਿੱਚ ਕਰਨ ਲਈ ਉਹਨਾਂ ਨੇ ਦਲਿਤ ਪੱਤਾ ਉਦੋਂ ਖੇਡਿਆ ਸੀ ਕਿ ਜੇ ਸਾਡੀ ਸਰਕਾਰ ਬਣਦੀ ਹੈ, ਉਹਦੇ 'ਚ ਜਿਹੜੇ ਉਹਨਾਂ ਨੇ ਬਹੁਤ ਸਾਰੇ ਦਲਿਤ ਲੀਡਰ ਆ ਪਾਰਟੀ ਦੇ ਵਿੱਚ, ਉਹਨਾਂ ਨੂੰ ਚੰਗੀ ਜਗ੍ਹਾ ਵੀ ਦਿੱਤੀ ਹੈ, ਉਹਦੇ 'ਚ ਵਿਜੇ ਸਾਂਪਲਾ ਹੋਣੀ ਵੀ ਹੈ, ਉਹਦੇ 'ਚ ਹੋਰ ਵੀ ਲੀਡਰ ਉਹਨਾਂ ਨੇ ਪਾਰਟੀ ਦੇ, ਹੰਸਰਾਜ ਹੰਸ ਉਹਨਾਂ ਨੂੰ ਵੀ ਜੁਆਇਨ ਕਰਵਾਇਆ, ਹੋਰ ਵੀ ਜਿਹੜੇ ਬੜੇ ਲੀਡਰ ਆ ਉਹਨਾਂ ਨੇ ਆਪਣੇ ਪਾਰਟੀ ਦੇ ਵਿੱਚ ਉਹਨਾਂ ਨੂੰ ਥਾਂ ਦਿੱਤੀ ਹੈ। ਸੋ ਉਹ ਜਿਹੜੀ ਬੀਜੇਪੀ ਨੇ ਸ਼ੁਰੂ ਜਦੋਂ ਕੀਤੀ ਸੀ ਉਹ ਪੱਤਾ ਖੇਡਣ ਵਾਲੀ ਗੱਲ, ਉਸ ਤੋਂ ਬਾਅਦ ਉਹੀ ਫਿਰ ਫੋਲੋ ਕੀਤਾ ਆਮ ਆਦਮੀ ਪਾਰਟੀ ਨੇ, ਕਿ ਇਹਨਾਂ ਨੇ ਵੀ ਕਿਹਾ ਕਿ ਅਸੀਂ ਜੇ ਸਾਡੀ ਸਰਕਾਰ ਬਣਦੀ ਆ ਅਸੀਂ ਦਲਿਤ ਜਿਹੜਾ ਡਿਪਟੀ ਸੀਐਮ ਬਣਾਵਾਂਗੇ, ਤੇ ਉਹਨੂੰ ਫੋਲੋ ਕੀਤਾ ਅਕਾਲੀ ਦਲ ਨੇ, ਜਦੋਂ ਉਹਨਾਂ ਨੇ ਕਿਹਾ ਕਿ ਹਾਂਜੀ ਅਸੀਂ ਵੀ ਡਿਪਟੀ ਸੀਐਮ ਬਣਾਵਾਂਗੇ, ਨਾਲ ਉਹਨਾਂ ਨੇ ਕਹਿ ਦਿੱਤਾ ਵੀ ਹਿੰਦੂ ਨੂੰ ਵੀ ਇੱਕ ਨੂੰ ਡਿਪਟੀ ਸੀਐਮ ਬਣਾਵਾਂਗੇ। ਨਹੀਂ, ਉਹਨਾਂ ਦਾ ਖੈਰ ਬੀਐਸਪੀ ਨਾਲ ਅਲਾਈਅੰਸ ਹੀ ਕਰ ਲਿਆ ਨਾ। ਹਾਂ, ਸੋ ਕਹਿਣ ਦਾ ਮਤਲਬ ਇਹ ਜਿਹੜਾ ਦਲਿਤ ਪੱਤਾ ਸੀ, ਇੱਕ ਤਾਂ ਆਪਣੀ ਜਗ੍ਹਾ ਇਹ ਸੀ ਵੀ ਅਸੀਂ ਜੇ ਹੁਣ ਵੈਸੇ ਦੇਖਿਆ ਜਾਵੇ ਹਲੇ ਵੀ ਇਹ ਫੈਸਲਾ ਲੈਣਾ, ਕਿਸੇ ਲਈ ਵੀ ਇਹ ਫੈਸਲਾ ਕਰਨਾ, ਹੋ ਸਕਦਾ ਦਲਿਤ ਜਿਹੜਾ ਪੱਤਾ ਕੰਮ ਵੀ ਕਰ ਜੇ, ਦੋ ਪੱਤੇ ਹੈ ਨਾ, ਇੱਕ ਤਾਂ ਬਦਲਾਅ ਦਾ ਪੱਤਾ, ਦੂਸਰੀ ਜਿਹੜਾ ਰਵਾਇਤੀ ਪੱਤਾ ਜਿਹੜਾ ਜਾਤਾਂ ਨਾਲ ਸੰਬੰਧਿਤ ਪੱਤਾ ਹੈ, ਕਿ ਉਹ ਕੰਮ ਵੀ ਕਰ ਜੇ, ਹੋ ਸਕਦਾ, ਕਿਉਂਕਿ ਦੂਸਰੀ ਜਿਹੜੀ ਪੋਲੀਟੀਕਲ ਪਾਰਟੀ ਹੈ ਉਹਦੇ 'ਚ ਜਸਪਾਲ ਜੀ ਇੱਕ ਇਹ ਵੀ ਨਾਲ ਜੁੜੀ ਹੋਈ ਗੱਲ ਹੈ ਕਿ ਜਿਸ ਤਰ੍ਹਾਂ ਪਹਿਲਾਂ ਪੰਜਾਬ ਦੇ ਅੰਦਰ ਪਹਿਲਾਂ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਨਹੀਂ ਸੀ, ਤਾਂ ਆਮ ਤੌਰ ਤੇ ਮੰਨਿਆ ਜਾਂਦਾ ਸੀ ਜਿਹੜੀ ਇੱਕ ਇੰਜੀਨੀਅਰਿੰਗ ਪ੍ਰਕਾਸ਼ ਸਿੰਘ ਬਾਦਲ ਹੋਣੀ ਜਦੋਂ ਪ੍ਰਧਾਨ ਬਣੇ ਅਕਾਲੀ ਦਲ ਦੇ, ਤਾਂ ਉਹਨਾਂ ਨੇ ਜਿਹੜੀ ਸ਼ੁਰੂ ਕੀਤੀ ਸੀ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਕੇ ਜਿਹੜੀ ਉਹ ਗੱਲ ਕਹਿੰਦੇ ਸੀ ਕਿ ਇਹ ਜਿਹੜੀ ਇੱਥੇ ਭਾਈਚਾਰਕ ਸਦਭਾਵਨਾ ਹੈਗੀ, ਇਸ ਜਿਹੜੀ ਭਾਈਵਾਲੀ ਹੈ, ਉਹ ਇਹ ਜ਼ਰੂਰੀ ਹੈਗੀ ਹੈ, ਇਸ ਵੱਡੇ ਦੋ ਭਾਈਚਾਰੇ ਇੱਥੇ, ਤਾਂ ਇਹਨਾਂ 'ਚ ਜੇ ਸਾਂਝ ਬਣੀ ਰਹੂਗੀ ਤੇ ਪੰਜਾਬ 'ਚ ਅਮਨ ਬਣਿਆ ਰਹੇਗਾ, ਸਦਭਾਵਨਾ ਬਣੀ ਰਹੇਗੀ, ਉਹ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਰਹੇ। ਤਾਂ ਉਹਨਾਂ ਨੇ ਉਹ 25 ਸਾਲ ਜਿਹੜੀ ਹੈ ਉਹ ਭਾਈਚਾਰਕ ਸਾਂਝ ਨਿਭਾਈ ਵੀ। ਤਾਂ ਹੁਣ ਜਿਸ ਤਰ੍ਹਾਂ ਦੀ ਤੁਸੀਂ ਜਿਹੜੇ ਅਨੁਸੂਚਿਤ ਜਾਤੀਆਂ ਵਾਲੇ ਜਾਂ ਦਲਿਤ ਪੱਤੇ ਦੀ ਗੱਲ ਕਰ ਰਹੇ ਆ, ਤਾਂ ਹੁਣ ਕੁਝ ਜਿਹੜੇ ਮਾਹਰ ਹੈ ਉਹ ਇਸ ਗੱਲ ਨੂੰ ਇਸ ਤਰ੍ਹਾਂ ਵੀ ਦੇਖ ਰਹੇ ਕਿ ਕਿਤੇ ਹਿੰਦੂ ਤੇ ਦਲਿਤ ਜਿਹੜਾ ਹੈਗਾ, ਹੁਣ ਕਿਤੇ ਇਹ ਕੰਬੀਨੇਸ਼ਨ ਬਣ ਕੇ ਦੂਸਰੇ ਜਿਹੜੀ ਪਹਿਲੇ ਕੰਬੀਨੇਸ਼ਨ ਸੀ ਉਹਨਾਂ ਨੂੰ ਸਰਪਾਸ ਨਾ ਕਰ ਜਾਏ, ਉਹਨਾਂ ਤੋਂ ਅੱਗੇ ਨਾ ਲੰਘੇ। ਇਹ ਵੀ ਠੀਕ, ਤੁਹਾਡੀ ਗੱਲ ਸਹੀ ਹੈ ਕਿ ਇਸ ਤੋਂ ਇਲਾਵਾ ਇੱਕ ਪੁਆਇੰਟ ਇਹ ਹੋਰ ਵੀ ਹੈ ਕਿ ਜਿਹੜਾ ਚੰਨੀ ਹੋਣਾ ਦਾ ਫੈਨੋਮਨਾ ਹੈ, ਕਿਉਂਕਿ ਚੰਨੀ ਹੋਣਾ ਨੂੰ ਬਣਾਉਣਾ ਦਲਿਤ ਪੱਤੇ ਤੋਂ ਇਲਾਵਾ ਇੱਕ ਮਜਬੂਰੀ ਇਹ ਵੀ ਸੀ, ਕਿਉਂਕਿ ਜਿਹੜੇ ਬਾਕੀ ਪਾਰਟੀ ਦੇ ਹੁਣ ਤੱਕ ਦੇ ਜਿਹੜੇ ਐਮਐਲਏ ਆ ਜਿਹੜੇ ਫਾਈਟ ਕਰਨ ਦੇ ਵਿੱਚ ਗਏ ਹੋਏ ਆ, ਜਾਂ ਜਿਹੜੇ ਉਹਨਾਂ ਚੋਂ ਕਈ ਮਿਨਿਸਟਰ ਵੀ ਰਹੇ ਆ, ਸੋ ਜ਼ਿਆਦਾਤਰ ਮਿਨਿਸਟਰ ਆ ਜਿਹੜੇ ਉਹ ਚੰਨੀ ਹੋਣਾ ਦੇ ਹੱਕ ਦੇ ਵਿੱਚ ਭੁਗਤੇ ਇਸ ਮਾਮਲੇ ਦੇ ਵਿੱਚ। ਉਹਦੇ 'ਚ ਚਾਹੇ ਕਾਰਨ ਇਹ ਵੀ ਰਹੇ ਹੋਣ ਕਿ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੀ ਆਉਣ ਵਾਲੀ ਸਰਕਾਰ ਹੈ ਚੰਨੀ ਹੋਣਾ ਨਾਲ ਉਹ ਜ਼ਿਆਦਾ ਸਿਕਿਉਰ ਫੀਲ ਕਰਦੇ ਆ। ਜਿਵੇਂ ਮੈਂ ਪਹਿਲਾਂ ਕਿਹਾ ਕਿ ਚੰਨੀ ਹੋਣੀ ਰਵਾਇਤੀ ਲੀਡਰਾਂ ਦੇ ਲੀਡਰ ਹੈ, ਰਵਾਇਤੀ ਜਿਵੇਂ ਲੀਡਰ ਹੁੰਦੇ ਆ ਕਿ ਜੋ ਚੱਲ ਰਿਹਾ ਸਾਰਿਆਂ ਨਾਲ, ਜੋ ਚੱਲ ਰਿਹਾ ਨੂੰ ਚੱਲੀ ਜਾਂਦੇ, ਉਸੇ ਸਿਸਟਮ ਨੂੰ ਹੀ ਨਾਲ ਲੈ ਕੇ ਉਹ ਸਿਸਟਮ ਦਾ ਪਾਰਟ ਹੈਗਾ। ਸਿੱਧੂ ਹੋਣੀ ਸਿਸਟਮ ਦਾ ਪਾਰਟ ਨਹੀਂ ਬਣ ਰਿਹਾ, ਇਸੇ ਕਰਕੇ ਜਿਹੜੇ ਸਿਸਟਮ ਦੇ ਪਾਰਟ ਬੰਦੇ ਆ ਜਾਂ ਉਹਦਾ ਫਾਇਦਾ ਉਠਾਉਣਾ ਚਾਹ ਰਹੇ ਆ ਜਾਂ ਉਠਾ ਚੁੱਕੇ ਆ, ਉਹ ਉਹਦੇ 'ਚ ਉਹਨਾਂ ਨੂੰ ਲੱਗਦਾ ਕਿ ਸਾਡੀ ਜਿਹੜੀ ਸਪੇਸ ਹੈ ਉਹ ਖਤਮ ਹੋ ਜਾਊਗੀ ਜੇ ਇਹ ਸਾਰਾ ਕੁਝ ਸਿੱਧੂ ਨੂੰ ਅਸੀਂ ਅੱਗੇ ਲੈ ਆਉਣੇ। ਸੋ ਇਸੇ ਕਰਕੇ ਪਾਰਟੀ ਜਿਹੜੀ ਚੋਣਾਂ ਤੋਂ ਜਾਣ ਤੋਂ ਪਹਿਲਾਂ ਇਹ ਇੱਕ ਵੀ ਚੁਣੌਤੀ ਸੀ ਹਾਈ ਕਮਾਂਡ ਦੇ ਸਾਹਮਣੇ ਕਿ ਸਾਰਿਆਂ ਨੂੰ ਜਿਹੜੇ ਅਗਰ ਸੋਚ ਲੋਕਾਂ ਦੀ ਇਹ ਹੈ, ਸਾਰੇ ਪਾਰਟੀ ਦੇ ਬਹੁਤੇ ਲੀਡਰ ਚੰਨੀ ਹੋਣਾ ਨੂੰ ਕਹਿ ਰਹੇ ਕਿ ਇਹਨਾਂ ਨੂੰ ਫੇਸ ਬਣਾਓ, ਤਾਂ ਫਿਰ ਪਾਰਟੀ ਨੂੰ ਮਜਬੂਰੀ ਦੇ ਤੌਰ ਤੇ ਬਣਾਉਣਾ ਵੀ ਪੈਣਾ।
ਤੇ ਇਹਦੇ 'ਚ ਜਸਪਾਲ ਜੀ ਹੁਣ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਸ਼ੋਅ ਦਾ, ਤੇ ਤੁਸੀਂ ਇਹ ਸਾਰੀ ਜਿਹੜੀ ਇਸ ਵੇਲੇ ਪੰਜਾਬ 'ਚ ਹੁਣ ਪੰਜਾਬ ਕਿਉਂਕਿ ਫੈਸਲਾਕੁਨ ਦੌਰ ਵੱਲ ਅੱਗੇ ਵੱਧ ਰਿਹਾ, ਇਹ ਲਗਭਗ ਆਖਰੀ ਪੜਾਅ 'ਚ ਚੋਣ ਪ੍ਰਚਾਰ ਜਿਹੜਾ ਹੈ ਉਹ ਪਹੁੰਚਣ ਜਾ ਰਿਹਾ ਹੈਗਾ, ਔਰ ਇਹਦੇ ਵਿੱਚ ਸਭ ਤਰ੍ਹਾਂ ਨੇ ਆਪੋ ਆਪਣਾ ਹਰ ਤਰ੍ਹਾਂ ਦਾ ਢੰਗ ਤਰੀਕਾ ਜਿਹੜਾ ਹੈ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਵਰਤ ਲਿਆ ਹੋਇਆ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆ ਸਕਦੇ ਆ? ਦੇਖੋ, ਨਤੀਜੇ ਪ੍ਰੈਡਿਕਟ ਕਰਨਾ ਤਾਂ ਬੜੇ ਮੁਸ਼ਕਲ ਹੈ, ਕਿਉਂਕਿ ਪਹਿਲਾਂ ਕੁਝ ਸਮਾਂ ਹੁੰਦਾ ਸੀ ਕਿ ਜਿਹੜੇ ਸਰਵੇ ਹੁੰਦੇ ਸੀ, ਪੋਲ ਸਰਵੇ ਜਿਹਨਾਂ ਨੂੰ ਅਸੀਂ ਕਹਿੰਦੇ ਸੀ, ਉਹਦੀ ਥੋੜੀ ਬਹੁਤ ਕ੍ਰੈਡੀਬਿਲਿਟੀ ਹੁੰਦੀ ਸੀ ਅੱਜ ਤੋਂ 15-20 ਸਾਲ ਪਹਿਲਾਂ। ਪਰ ਹੁਣ ਪਿਛਲੇ 15 ਸਾਲ ਤੋਂ ਸਾਰਿਆਂ ਨੂੰ ਪਤਾ ਕਿ ਇਹ ਜਿਹੜੇ ਪੇਡ ਸਰਵੇ ਹੁੰਦੇ ਆ ਤੇ ਉਹੀ ਕੁਝ ਉਹਨਾਂ ਨੇ ਦੱਸਣਾ ਨਹੀਂ, ਹੁੰਦਾ। ਉਹ ਆਪਾਂ ਸਰਵੇਆਂ ਦੇ ਪਿੱਛੇ ਨਾ ਜਾਈਏ, ਆਪਾਂ ਜਿਹੜੀ ਸਿਚੁਏਸ਼ਨ, ਤੁਸੀਂ ਤੁਹਾਡਾ ਐਡਾ ਲੰਬਾ ਤਜਰਬਾ ਹੈਗਾ, ਤੁਸੀਂ ਉਹ ਸਾਰੀ ਜਿਹੜੀ ਦ੍ਰਿਸ਼ ਬਣ ਰਿਹਾ ਪੰਜਾਬ 'ਚ, ਉਹਦੇ 'ਚ ਕੀ ਦੇਖ ਰਹੇ ਆ ਤੁਸੀਂ? ਤੇ ਹਾਲੇ ਮੇਰੇ ਹਿਸਾਬ ਨਾਲ ਜਿਹੜਾ ਇਲੈਕਸ਼ਨ ਤੋਂ 2-3 ਦਿਨ ਪਹਿਲਾਂ ਜਾ ਕੇ ਸਥਿਤੀ ਜ਼ਿਆਦਾ ਕਲੀਅਰ ਹੋਊਗੀ, ਪਰ ਹਾਲੇ ਵੀ ਮੈਨੂੰ ਇਹ ਲੱਗਦਾ ਕਿ ਕਾਂਗਰਸ ਜਿਹੜੀ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਹੈ, ਉਹ ਮਾਲਵੇ ਦੇ ਵਿੱਚ ਫਾਈਟ ਹੈ ਜਿਹੜੀ, ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਹੈ। ਮਾਝੇ ਦੇ ਵਿੱਚ ਜਿਹੜੀ ਫਾਈਟ ਹੈ ਹਜੇ ਵੀ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ। ਮਾਝੇ ਦੁਆਬੇ ਦੇ ਵਿੱਚ ਜਿਹੜੀ ਹੈ ਉਹ ਅਕਾਲੀ ਦਲ ਤੇ ਕਾਂਗਰਸ ਆਪਸ ਦੇ ਵਿੱਚ ਮੁਕਾਬਲੇ 'ਚ ਹੈ, ਤੇ ਮਾਲਵੇ ਦੇ ਵਿੱਚ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਫਾਈਟ ਦੇ ਵਿੱਚ ਹੈ। ਇਹਦੇ ਚੋਂ ਟਿਲਟ ਕਿੱਧਰ ਨੂੰ ਹੋ ਜਾਂਦੀ ਹੈ ਵੋਟ, ਇਹ ਪਿਛਲੇ 2-3 ਜਿਹੜੇ ਇਹਦੇ 'ਚ ਤਾਂ ਜਸਪਾਲ ਜੀ ਇਹ ਵੀ ਹੈ ਨਾ, ਅਖੀਰਲੇ 2-3 ਦਿਨਾਂ 'ਚ ਉਹ ਢੰਗ ਤਰੀਕੇ ਵਰਤੇ ਜਾਂਦੇ ਆ ਜਿਹੜੇ ਲਾਲਚ ਵੀ ਦਿੱਤੇ ਜਾਂਦੇ ਆ ਕਈ ਤਰ੍ਹਾਂ ਦੇ, ਹੋਰ ਸਰਵੇ ਵੀ ਦੇਖਣੇ ਹੋਣ, ਓਪਨਲੀ ਸਰਵੇ ਵੀ ਜੇ ਦੇਖਣੇ ਹੋਣ ਨਾ, ਸਰਵੇ ਵੀ ਦੇਖਣੇ ਹੋਣ, ਕੁਝ ਸਾਰੇ ਜਿਹੜੇ ਸਰਵੇ ਹੋਏ ਜਿਹੜੇ ਜ਼ਿਆਦਾ ਚਰਚਾ 'ਚ ਆਏ ਆ, ਜਿਹੜੇ ਕਿਉਂਕਿ ਉਹੀ ਚਰਚਾ 'ਚ ਆਉਂਦੇ ਆ ਜਿਹਦੇ ਕੋਲ ਸੋਸ਼ਲ ਮੀਡੀਆ ਦਾ ਕੰਟਰੋਲ ਆ, ਉਹੀ ਸਰਵੇ ਨੂੰ ਪ੍ਰਮੋਟ ਕਰ ਲੈਂਦਾ। ਪਰ ਕੁਝ ਸਰਵੇ, ਇੱਕ ਖਾਸ ਤੌਰ ਦੇ ਉੱਤੇ ਡੀਵੀ ਲਾਈਵ ਦਾ ਸਰਵੇ ਹੈ, ਉਹ ਪਿਛਲੇ ਕਾਫੀ ਸਮੇਂ ਤੋਂ ਕਰ ਰਹੇ, ਉਹਨਾਂ ਨੇ ਤਾਂ ਕਾਂਗਰਸ ਨੂੰ 61 ਜਾਂ 62 ਸੀਟਾਂ ਦਿੱਤੀਆਂ ਅੱਜ ਦੇ ਹੁਣ ਪਿਛਲੇ 3-4 ਦਿਨ ਪਹਿਲਾਂ ਵੀ। ਸੋ ਸਰਵੇ ਆਪਣੀ ਤੌਰ ਦੇ ਉੱਤੇ, ਕਾਂਗਰਸ ਵਾਲੇ ਸਰਵੇ ਵੀ ਹੈਗੇ ਜਿਹੜੇ ਕਾਂਗਰਸ ਨੂੰ ਹਲੇ ਵੀ ਸਰਕਾਰ ਬਣਾ ਰਹੇ, 1-2 ਸਰਵੇ ਇਦਾਂ ਦੇ ਵੀ ਹੈਗੇ ਆ, ਪਰ ਜ਼ਿਆਦਾਤਰ ਸਰਵੇ ਜਿਨ੍ਹਾਂ ਦੀ ਚਰਚਾ ਹੋ ਰਹੀ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਿਹਾ। ਸੋ ਪਰ ਮੇਰੇ ਹਿਸਾਬ ਨਾਲ ਜਿਹੜੀ ਫਾਈਟ ਹੈ ਉਹ ਜਿਹੜੀ ਕਾਂਗਰਸ ਤੇ ਆਪ ਦੇ ਵਿੱਚ ਮਾਲਵੇ 'ਚ ਹੈ, ਤੇ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ। ਮੈਂ ਹਜੇ ਵੀ ਅਕਾਲੀ ਦਲ ਨੂੰ ਇਹ ਨਹੀਂ ਕਹਿੰਦਾ ਕਿ ਉਹ ਪਿਛਲੀ ਵਾਰੀ ਜਿਹੇ ਜੀ ਸਿਚੁਏਸ਼ਨ ਸੀ ਉਹ ਜੀ ਹੈ, ਸ਼ਾਇਦ ਉਹਦੇ ਨਾਲੋਂ ਬੈਟਰ ਪੋਜੀਸ਼ਨ ਹਜੇ ਵੀ ਉਹ ਕਰ ਜੇ। ਪਿਛਲੀ ਵਾਰੀ 20 ਸੀਟਾਂ ਸੀ, ਹੋ ਸਕਦਾ 22-25 ਸੀਟਾਂ ਵੀ ਅਕਾਲੀ ਦਲ ਇਸ ਵਾਰੀ ਲੈ ਜਾਵੇ। ਤਾਂ ਬਿਲਕੁਲ ਠੀਕ ਹੈ। ਅਸੀਂ ਆਪਣੇ ਦੋਸਤਾਂ ਦੀ ਜਾਣਕਾਰੀ ਲਈ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਕੋਈ ਇਹ ਮਕਸਦ ਨਹੀਂ ਹੈ ਕੀ ਹੈ, ਕਿਉਂਕਿ ਇਹ ਤਾਂ ਫੈਸਲਾ ਜਿਹੜਾ ਹੈਗਾ ਵੋਟਰਾਂ ਨੇ ਕਰਨਾ, ਪਰ ਜਿਹੜੀ ਮੌਜੂਦਾ ਸਥਿਤੀ ਹੈ ਉਹਦੇ ਵਿੱਚ ਕੀ ਅਸੀਂ ਦੇਖ ਰਹੇ ਹਾਂ, ਜਾਂ ਸਾਡੇ ਜਸਪਾਲ ਛੇਤਰਾ ਜੀ ਜਿਹੜੇ, ਕਿਉਂਕਿ ਜਿਨ੍ਹਾਂ ਦਾ ਪੁਰਾਣਾ ਤਜਰਬਾ ਹੈ, ਉਹ ਸਾਰੀ ਸਥਿਤੀ ਨੂੰ ਦੇਖ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਆ, ਉਸ ਦੀ ਗੱਲ ਕਰ ਰਹੇ ਆ। ਪਰ ਫੈਸਲਾ ਵੋਟਰਾਂ ਨੇ ਕਰਨਾ, 20 ਫਰਵਰੀ ਨੂੰ ਵੋਟਾਂ ਪੈਣਗੀਆਂ। ਜਾਂਦੇ ਕਨਕਲੂਡਿੰਗ ਰਿਮਾਰਕਸ ਮੈਂ ਇਹ ਦੇ ਸਕਦਾ ਕਿ ਇਸ ਵਾਰੀ ਜਿਹੜੀ ਇਲੈਕਸ਼ਨ ਹੈ ਉਹ ਪੰਜਾਬ ਦੀ ਦਿਸ਼ਾ ਨੂੰ ਜ਼ਰੂਰ ਨਿਰਧਾਰਿਤ ਕਰੇਗੀ। ਜਿੱਤਦਾ ਕੋਈ ਵੀ ਹੈ, ਜਿਹੜਾ ਆਉਣ ਵਾਲਾ ਟਾਈਮ ਹੈ ਨਾ ਪੰਜਾਬ ਦੇ ਵਿੱਚ, ਉਹ ਤਬਦੀਲੀ ਦਾ ਦੌਰ ਜ਼ਰੂਰ ਦੇਖਣ ਨੂੰ ਮਿਲੂਗਾ। ਜੇ ਆਮ ਆਦਮੀ ਪਾਰਟੀ ਵੀ ਜਿੱਤ ਜਾਂਦੀ ਹੈ ਤਾਂ ਉਹਨੂੰ ਵੀ ਮਜਬੂਰ ਹੋਣਾ ਪੈ ਜਾਊਗਾ ਕਿ ਉਹ ਜੋ ਏਜੰਡਾ ਸਿੱਧੂ ਹੋਣਾ ਨੇ ਦਿੱਤਾ, ਜਾਂ ਦੂਸਰੇ ਆਪ ਵੀ ਉਹ ਜਿਸ ਏਜੰਡੇ ਦੀ ਗੱਲ ਕਰਦੇ ਆ, ਜੋ ਕਹਿੰਦੇ ਆ, ਉਹਨਾਂ ਨੂੰ ਕਰਨਾ ਪੈ ਜਾਣਾ ਇਸ ਵਾਰੀ, ਕਿਉਂਕਿ ਉਸ ਤੋਂ ਬਗੈਰ ਹੋਰ ਕੋਈ ਗੁਜ਼ਾਰਾ ਨਹੀਂ। ਤਾਂ ਸੋ ਇੱਥੇ ਹੀ ਅਸੀਂ ਆਪਣੇ ਅੱਜ ਦੀ ਜਿਹੜੀ ਚਰਚਾ ਹੈਗੀ ਆ ਉਹਨੂੰ ਸਮਾਪਤ ਕਰਦੇ ਹਾਂ। ਸਾਡੇ ਸ਼ੋਅ ਦਾ ਸਮਾਂ ਸਮਾਪਤ ਹੋ ਗਿਆ। ਜਿਹੜੇ ਦੋਸਤ, ਜਿਹੜੇ ਦਰਸ਼ਕ ਸਾਡੇ ਨਾਲ ਜੁੜੇ, ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ, ਤੇ ਸਾਨੂੰ ਆਸ ਹੈ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਜਿਹੜਾ ਹੈ ਉਹ ਪਸੰਦ ਆਇਆ ਹੋਵੇਗਾ। ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰਨਾ, ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜਸਪਾਲ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਜੁੜੇ, ਔਰ ਸਾਡੇ ਜਿਹੜੇ ਸੱਜਣ ਮੀਡੀਆ ਦੇ ਦਰਸ਼ਕ ਹੈ ਉਹਨਾਂ ਨੂੰ ਜਿਹੜੀ ਇੰਨੇ ਵਿਸਥਾਰ 'ਚ, ਖਾਸ ਕਰਕੇ ਜਿਹੜਾ ਕਾਂਗਰਸ ਦੇ ਪੱਖ ਤੋਂ, ਕਿ ਕਾਂਗਰਸ 'ਚ ਕੀ ਕੀ ਹੋ ਰਿਹਾ ਤੇ ਕੀ ਕੀ ਹੋ ਸਕਦਾ, ਤੇ ਨਵਜੋਤ ਸਿੰਘ ਸਿੱਧੂ ਹੋਣੀ ਜਿਸ ਢੰਗ ਨਾਲ ਪੰਜਾਬ ਦੀ ਰਾਜਨੀਤੀ 'ਚ ਵਿਚਰ ਰਿਹਾ, ਉਸ ਦਾ ਆਉਣ ਵਾਲੇ ਜਿਹੜੇ ਪੰਜਾਬ ਦੀ ਤਬਦੀਲੀ ਦਾ ਜਿਹੜਾ ਦੌਰ ਜਿਹਦਾ ਤੁਸੀਂ ਜ਼ਿਕਰ ਕੀਤਾ ਆਖਰ ਕੰਕਲੂਡਿੰਗ ਰਿਮਾਰਕਸ 'ਚ, ਕਿ ਉਹ ਕੀ ਅਸਰ ਪਏਗਾ, ਇਹ ਹੁਣ ਆਪਾਂ ਦੇਖਦੇ ਹਾਂ। ਤਾਂ ਜਸਪਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸ਼ੁਕਰੀਆ।